ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 11 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਲਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਇਨਫਲੇਸ਼ਨ ਨੂੰ ਲੈ ਕੇ ਅੱਜ ਰਿਪੋਰਟ ਆਣੀ ਸੀ। ਸੋ ਅੱਜ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਥੋੜੀ ਜਿਹੀ ਇਨਫਲੇਸ਼ਨ ਘਟੀ ਹੈਗੀ ਆ। ਪਿਛਲੇ ਮਹੀਨੇ ਮਾਰਚ 2022 ਦੇ ਵਿੱਚ ਇਨਫਲੇਸ਼ਨ 40 ਸਾਲਾਂ ਬਾਅਦ 8.5% ਦੇ ਉੱਤੇ ਚਲੇ ਗਏ ਸੀ। ਜਿਹੜੀ ਨਵੀਂ ਰਿਪੋਰਟ ਅਪ੍ਰੈਲ ਦੀ ਆਈ ਆ ਉਹ ਹੁਣ ਘਟ ਕੇ 8.3% ਤੇ ਹੋਈ ਹੈਗੀ ਆ। ਇਹ ਗਵਰਨਮੈਂਟ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ ਹੈਗਾ। ਪਰ ਇਹ ਵੀ ਕੋਈ ਬਾਹਲਾ ਇੰਨੀ ਨਹੀਂ ਵੀ ਇੰਨੀ ਜ਼ਿਆਦਾ ਜਿਹੜੀ ਘਟ ਗਈ ਆ, ਪਰ ਲੋਕਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਡੇਲੀ ਯੂਜ਼ ਦੇ ਵਿੱਚ ਪ੍ਰਾਈਸਿਸ ਚੀਜ਼ਾਂ ਹੈਗੀਆਂ, ਚਾਹੇ ਉਹ ਗਰੋਸਰੀ ਆ, ਗੈਸ ਆ, ਉਸ ਨੂੰ ਲੈ ਕੇ, ਰੈਂਟਸ ਨੂੰ ਲੈ ਕੇ ਇੰਨੀ ਜ਼ਿਆਦਾ ਹਾਹਾਕਾਰ ਮਚੀ ਹੋਈ ਆ। ਈਵਨ ਦੋ ਪਿਛਲੇ 2 ਸਾਲਾਂ 'ਚ ਲੋਕਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਹੋਇਆ ਆ, ਪਰ ਉਹ ਕੁਛ ਵੀ ਨਹੀਂ ਲੱਗਦਾ ਉਹਦੇ ਮੁਕਾਬਲੇ ਜਿੰਨੀ ਜਿਹੜੀ ਆ ਗੈਸ ਦੀ ਪ੍ਰਾਈਸ ਵਧੀ ਹੈਗੀ ਆ, ਗਰੋਸਰੀ ਦੀ ਪ੍ਰਾਈਸ ਜਿਹੜੀ ਵਧੀ ਹੈਗੀ ਆ। ਏਅਰ ਫੇਅਰ ਜਿਹੜੇ ਆ ਅਪ੍ਰੈਲ ਮਹੀਨੇ ਦੇ ਵਿੱਚ 18.6% ਇਨਕਰੀਜ਼ ਹੋਏ ਆ 1963 ਤੋਂ ਬਾਅਦ। ਸੋ ਇੱਕ ਮਹੀਨੇ 'ਚ 18.6% ਇਨਕਰੀਜ਼ ਹੋਇਆ। ਹੋਟਲ ਪ੍ਰਾਈਸਿਸ 1.7% ਇਨਕਰੀਜ਼ ਹੋਇਆ। ਗੈਸ ਆਪਾਂ ਦੇਖ ਰਹੇ ਹਾਂ, ਗੈਸ ਲਾਸ ਵੈਗਸ 'ਚ ਅੱਜ $5 ਤੇ 99 ਸੈਂਟ ਨੂੰ ਆ। ਬਹੁਤ ਜ਼ਿਆਦਾ ਗੈਸ ਦੀ ਜਿਹੜੀ ਪ੍ਰਾਈਸ ਆ। ਜਿਨ੍ਹਾਂ ਦੇ ਬੱਚੇ ਆ ਉਹਨਾਂ ਲਈ ਬਹੁਤ ਮੁਸ਼ਕਲ ਆ, ਬੇਬੀ ਮਿਲਕ ਨਹੀਂ ਮਿਲ ਰਿਹਾ ਹੈਗਾ। ਆਮ ਜਿਹੜਾ ਆਰਗੈਨਿਕ ਮਿਲਕ ਆ ਉਹ $6 ਦੇ ਉੱਤੇ ਹੋਇਆ। ਬੇਬੀ ਮਿਲਕ ਦੀ ਪ੍ਰਾਈਸ ਤਾਂ ਕਹਿੰਦੇ ਬਹੁਤ ਜ਼ਿਆਦਾ ਉੱਪਰ ਚਲੇ ਗਈ ਹੈਗੀ ਆ। 13% ਦੇ ਕਰੀਬ ਜਿਹੜਾ ਬੇਬੀ ਫੂਡ ਆ ਉਹਦੀ ਪ੍ਰਾਈਸ ਇਨਕਰੀਜ਼ ਹੋਈ ਆ। ਗੈਸ ਦੀ 44% ਇਨਕਰੀਜ਼ ਹੋਈ ਆ। ਏਅਰ ਫੇਅਰ ਓਵਰਆਲ ਜੇ ਦੇਖਿਆ ਜਾਵੇ 33% ਹੋਈ ਆ। ਯੂਜ਼ਡ ਵਹੀਕਲ ਦੀ 22.7%, ਗਰੋਸਰੀਜ਼ 10.8%। ਸੋ ਹਰ ਇੱਕ ਚੀਜ਼ ਬਹੁਤ ਜ਼ਿਆਦਾ ਮਹਿੰਗੀ ਹੋਈ ਹੈਗੀ। ਜੀ, ਕੰਜ਼ਿਊਮਰ ਪ੍ਰਾਈਸ ਇੰਡੈਕਸ 40 ਸਾਲ ਪਹਿਲਾਂ ਸਭ ਤੋਂ ਜਿਹੜਾ ਉੱਚਾ ਇਹਦਾ ਲੈਵਲ ਸੀਗਾ 8.1% ਸੀਗਾ 40 ਵਰ੍ਹੇ ਪਹਿਲਾਂ। ਇਹ ਰਾਈਟ ਨਾਓ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਪਿਛਲੇ ਮਹੀਨੇ ਦੇ ਨਾਲੋਂ ਥੋੜ੍ਹਾ ਜਿਹਾ ਥੱਲੇ ਨੂੰ ਆਇਆ ਆ, ਪਰ ਫਿਰ ਵੀ ਅਜੇ 40 ਸਾਲਾਂ ਦੇ ਰਿਕਾਰਡ ਤੋਂ ਉੱਤੇ ਹੀ ਹੈਗਾ ਆ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਕਹਿੰਦੇ ਆ ਵੀ ਉਹ ਵੀ ਉੱਤੇ ਰਿਹਾ, ਜਿੰਨਾ ਐਕਸਪੈਕਟਡ ਸੀਗਾ ਉਸ ਤੋਂ ਉੱਤੇ ਗਿਆ ਆ। 6.2% ਉਹ ਵੱਧ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਸ਼ੈਲਟਰ ਕਾਸਟ ਹੁੰਦੇ ਆ, ਜਿਹੜੇ CPI ਦੇ 1/3 ਹੁੰਦਾ ਹੈ ਕੰਜ਼ਿਊਮਰ ਪ੍ਰਾਈਸ ਇੰਡੈਕਸ ਦਾ, ਉਹ ਵੀ 1991 ਤੋਂ ਬਾਅਦ ਦੇ ਵਿੱਚ ਹੁਣ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਿਹਾ ਆ। ਇਨਫਲੇਸ਼ਨ ਐਡਜਸਟਡ ਅਰਨਿੰਗਸ, ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਜਿੰਨੀ ਤੇਜ਼ੀ ਦੇ ਨਾਲ ਮਹਿੰਗਾਈ ਵਧੀ ਆ ਉਨੀ ਤੇਜ਼ੀ ਦੇ ਨਾਲ ਲੋਕਾਂ ਦੀ
ਇਨਕਮ ਨਹੀਂ ਵਧੀ। ਉੱਦਾਂ ਰੌਲਾ ਬਹੁਤ ਪਾਉਂਦੀ ਇੱਥੇ ਦੁਨੀਆ ਵੀ ਉਹ ਦੇਖੋ ਜੀ ਤਨਖਾਹਾਂ ਵੱਧ ਗਈਆਂ, ਕੰਮ ਨਹੀਂ ਕਰਦੇ, ਇਹ ਹੈ ਉਹ ਹੈ, ਪਰ ਉਹ ਨਾਲ ਇਹ ਨਹੀਂ ਵਹਿੰਦੇ ਵੀ ਬਾਕੀ ਜਿਹੜੀ ਇਨਫਲੇਸ਼ਨ ਉਹ ਉਸ ਦੇ ਹਿਸਾਬ ਦੇ ਨਾਲ ਕਿੰਨੀ ਵਧੀ ਆ। ਅੱਜ ਤੋਂ 20 ਵਰ੍ਹੇ ਜਾਂ 40 ਵਰ੍ਹੇ ਪਹਿਲਾਂ ਦੇਖ ਲਿਓ ਵੀ ਫੈਡਰਲ ਮਿਨੀਮਮ ਵੇਜ ਕਿੰਨੀ ਸੀ ਤੇ ਹੁਣ ਕਿੰਨੀ ਆ, ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿੰਨੀਆਂ ਮਹਿੰਗੀਆਂ ਹੋ ਚੁੱਕੀਆਂ ਆ। ਸੋ ਉਸ ਦੇ ਆਧਾਰ ਦੇ ਉੱਤੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਕਹਿੰਦੇ ਵੀ ਜੇ ਉਸ ਦੇ ਲੈਵਲ ਤੇ ਦੇਖਿਆ ਜਾਵੇ ਤਾਂ 2.6% ਕਾਸਟ ਆਫ ਲਿਵਿੰਗ ਦੇ ਵਿੱਚ ਵਾਧੇ ਹੋਣ ਕਰਕੇ 2.6% ਇਨਕਮ ਐਡਜਸਟਮੈਂਟ ਕੀਤੀ ਜਾਵੇ ਤਾਂ ਉਹ ਘਟੀ ਆ ਲੋਕਾਂ ਦੀ। ਸੋ ਚਾਹੇ ਕਹਿਣ ਨੂੰ ਇਨਕਮ ਜਿਹੜੀ ਉਹ ਵਧੀ ਹੋਵੇ। ਸੋ ਇਨਫਲੇਸ਼ਨ ਨੇ ਲੱਕ ਜਿਹੜਾ ਇਸ ਟਾਈਮ ਤੋੜਿਆ ਹੈਗਾ ਆ। ਉਧਰ ਜਿਹੜੇ ਰਿਪਬਲਿਕਨ ਪਾਰਟੀ ਦੇ ਇੱਕ ਸੈਨੇਟਰ ਰਿਕ ਸਕਾਟ ਆ, ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਦਾ ਅਸਤੀਫਾ ਮੰਗਿਆ ਆ ਇਸੇ ਹੀ ਗੱਲ ਦੇ ਉੱਤੇ ਵੀ ਇਨਫਲੇਸ਼ਨ ਦੇ ਉੱਤੇ ਤੁਹਾਡੇ ਕੋਲ ਕਾਬੂ ਨਹੀਂ ਪਾਇਆ ਜਾ ਰਿਹਾ ਹੈਗਾ। ਸੋ ਗੈਟ ਆਊਟ ਆਫ ਦ ਵੇ ਵੀ ਤੁਸੀਂ ਇੱਥੋਂ ਇੱਕ ਹਿਸਾਬ ਦੇ ਨਾਲ ਬਾਹਰ ਜਿਹੜਾ ਉਹ ਨਿਕਲੋ। ਕੱਲ ਰਾਸ਼ਟਰਪਤੀ ਬਾਈਡਨ ਬੋਲੇ ਜਿਹੜੇ ਇਸ ਦੇ ਉੱਤੇ ਜ਼ਰੂਰ ਸੀਗੇ, ਪਰ ਕੋਈ ਬਹੁਤੀ ਠੋਸ ਜੀ ਗੱਲ ਉਹਨਾਂ ਦੇ ਮੂੰਹੋਂ ਵੀ ਕੋਈ ਨਿਕਲੀ ਜਿਹੜੀ ਨਹੀਂ ਨਜ਼ਰ ਆ ਰਹੀ। ਲੋਕਾਂ ਨੂੰ ਕੋਈ ਬਹੁਤਾ ਭਰੋਸਾ ਜਿਹਾ ਜਿਹੜਾ ਆ ਉਹ ਦਿਵਾਉਣ ਦੇ ਵਿੱਚ ਨਾਕਾਮਯਾਬ ਰਹੇ ਆ। ਸੋ ਹੁਣ ਅੱਗੇ ਕੀ ਬਣਨਾ ਆ ਇਹ ਖਾਸ ਕਰਕੇ ਕਿਉਂਕਿ ਇਲੈਕਸ਼ਨ ਈਅਰ ਆ ਤੇ ਲੋਕਾਂ ਨੂੰ ਜੇਬ ਦੇ ਉੱਤੇ ਜਿਹੜਾ ਕਹਿੰਦੇ ਵੀ ਮੋਹਰੀ ਹੋਈ ਹੁੰਦੀ ਹੈ ਨਾ, ਉਹ ਚੇਤੇ ਰਹਿੰਦੀ ਆ। ਬਾਕੀ ਕਈ ਦੀ ਬਾਕੀ ਸਾਰੀਆਂ ਪਾਲਿਸੀਜ਼ ਹੋਰ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਭੁੱਲ ਜਾਂਦੀਆਂ ਹੈ। ਇਵੈਂਚੁਅਲੀ ਜੇਬ 'ਚ ਕਿੰਨਾ ਬਚਦਾ ਆ, ਕੀ ਕੁਛ ਹੁੰਦਾ ਆ, ਉਸ ਦਾ ਸਿੱਧਾ ਅਸਰ ਵੋਟ ਪਾਉਣ ਲੱਗਿਆ ਉਹ ਦੇਖਣ ਨੂੰ ਮਿਲਦਾ ਆ। ਜੀ, ਇਨਫਲੇਸ਼ਨ ਨੂੰ ਲੈ ਕੇ ਅੱਜ ਐਨਪੀਆਰ ਨੇ ਇੱਕ ਸਪੈਸ਼ਲ ਰਿਪੋਰਟ ਜਿਹੜੀ ਆ ਉਹ ਛਾਪੀ ਹੈਗੀ ਆ। ਉਹਨਾਂ ਨੇ ਰੇਡੀਓ ਤੇ ਵੀ ਰਿਲੀਜ਼ ਕੀਤੀ ਆ ਵੀ ਇਨਫਲੇਸ਼ਨ ਦੇ ਨਾਲ ਜਿਹੜੇ ਲੋ ਇਨਕਮ ਵਾਲੇ ਲੋਕ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ। ਉਹਨਾਂ ਨੇ ਇੱਕ ਬੀਬੀ ਦੀ ਗੱਲ ਦੱਸੀ ਆ ਵੀ ਕਿਸ ਤਰ੍ਹਾਂ ਉਹ ਫਲੋਰੀਡਾ ਦੇ ਵਿੱਚ ਉਹਦੀ 42,000 ਦੇ ਕਰੀਬ ਤਨਖਾਹ ਆ ਤੇ ਉਹ ਕਹਿੰਦੀ ਵੀ ਮੈਂ ਇੱਕ 1 ਬੈਡਰੂਮ ਵੀ ਨਹੀਂ ਅਫੋਰਡ ਕਰ ਸਕਦੀ। ਫਿਰ ਗਰੋਸਰੀ ਦਾ ਖਰਚਾ, ਗੈਸ ਦਾ ਖਰਚਾ। ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਕਹਿੰਦੇ ਵੀ ਜਿਹੜੇ ਲੋ ਇਨਕਮ ਲੋਕ ਆ, ਮਿਡਲ ਕਲਾਸ ਜਾਂ ਲੋ ਇਨਕਮ ਲੈ ਲਓ, ਯੂਜ਼ਲੀ ਉਹ ਉਹਨਾਂ ਏਰੀਆ 'ਚ ਰਹਿੰਦੇ ਆ ਜਿੱਥੇ ਆਲਰੇਡੀ ਪ੍ਰਾਈਸਿਸ ਕਾਫੀ ਹਾਈ ਆ। ਕਹਿੰਦੇ ਵੀ ਕਈਆਂ ਦੇ ਕੋਲ ਗੈਸ ਦੇ ਪੈਸੇ ਨਹੀਂ ਹੁੰਦੇ। ਵੀ ਉਹਨਾਂ ਨੇ ਜਿਹੜੇ ਚੀਪਰ ਏਰੀਏ ਦੇ ਵਿੱਚ ਵੱਡੇ ਸ਼ਾਪਿੰਗ ਸੈਂਟਰ ਜਿਹੜੇ ਆ, ਵੱਡੇ ਸਟੋਰ ਆ, ਉਹਨਾਂ ਦੇ ਵਿੱਚ ਜਾ ਸਕਣ। ਸੋ ਇਸ ਕਰਕੇ ਉਹਨਾਂ ਨੂੰ ਉਹ ਪ੍ਰਾਈਸਿਸ ਵੀ ਜਿਹੜੀਆਂ ਜ਼ਿਆਦੇ ਦੇਣੀਆਂ ਪੈਂਦੀਆਂ ਆ। ਸੋ ਇਹਦੇ ਸੰਬੰਧ ਦੇ ਵਿੱਚ ਫੈਡ ਫਾਈਟ ਤਾਂ ਕਰ ਰਿਹਾ। ਕ੍ਰਿਸ ਵਾਲਰ ਜਿਹੜੇ ਇੱਕ ਫੈਡ ਦੀ ਗਵਰਨਿੰਗ ਬੋਰਡ ਦੇ ਉੱਤੇ ਆ, ਉਹ ਕਹਿੰਦੇ ਵੀ ਇਨਫਲੇਸ਼ਨ ਨੂੰ ਅਸੀਂ ਫਾਈਟ ਤਾਂ ਕਰ ਰਹੇ ਆ ਪਰ ਇਹ ਔਖਾ ਲੱਗਦਾ ਆ ਵੀ ਅਨਫੋਰਚੂਨੇਟਲੀ ਜੇ ਲੇ ਆਫ ਜ਼ਿਆਦਾ ਹੋ ਗਈਆਂ ਤੇ ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਆ ਉਹ ਲੋਅਰ ਟੂ ਮਿਡਲ ਕਲਾਸ ਲੋਕਾਂ ਨੂੰ ਹੋਰ ਪਊਗਾ। ਤੇ ਫੈਡ ਨੇ ਇਹ ਵੀ ਕਿਹਾ ਵੀ ਇੰਟਰਸਟ ਰੇਟ ਅਸੀਂ ਆਲਰੇਡੀ 0.5% ਉਹਨਾਂ ਨੇ ਇਨਕਰੀਜ਼ ਕਰ ਦਿੱਤਾ ਪਿਛਲੇ ਮਹੀਨੇ ਤੇ 2 ਹੋਰ ਜੰਬੋ ਰੇਟ ਰੇਟ ਹਾਈਕਸ ਹੋਣਗੇ, ਇੱਕ ਜੂਨ ਮਹੀਨੇ 'ਚ, ਇੱਕ ਜੁਲਾਈ ਮਹੀਨੇ। ਸੋ 0.5% ਹੋਰ ਰੇਟ ਇਨਕਰੀਜ਼ ਹੋ ਸਕਦਾ ਹੈ। ਇਹ ਫੈਡ ਨੇ ਅੱਜ ਅਨਾਉਂਸ ਕੀਤਾ ਹੈਗਾ। ਜੀ। ਸੋ ਜੇ ਇਨਫਲੇਸ਼ਨ ਰੁਕੀ ਰਵੇ, ਹੋਰ ਅੱਗੇ ਨਾ ਵਧੇ, ਕੁਛ ਮਹੀਨਿਆਂ ਦੇ ਵਿੱਚ ਥੱਲੇ ਆਵੇ ਤਾਂ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਜਿਹੜਾ ਆ ਉਹ ਮਿਲੇਗਾ। ਮਾੜੀ ਜੀ ਇੱਕ ਝਲਕ ਜਿਹੜੀ ਥੋੜ੍ਹੀ ਜਿਹੀ ਸਲੋ ਡਾਊਨ ਹੋਣ ਦੀ ਇਸਨੇ ਦਿਖਾਈ ਆ। ਉਮੀਦ ਇਹੀ ਕਰ ਸਕਦੇ ਹਾਂ ਵੀ ਇਹ ਕੰਮ ਜਿਹੜਾ ਉਹ ਹੋਵੇ। ਪਰ ਦੇਖੋ ਕਿੱਦਾਂ ਦਾ ਅਸਰ ਰਹਿੰਦਾ ਹੈ। ਫੈਡ ਨੇ ਆਲਰੇਡੀ ਇੰਟਰਸਟ ਰੇਟ ਵਧਾਉਣੇ ਜਿਹੜੇ ਸ਼ੁਰੂ ਕਰ ਦਿੱਤੇ, ਆਪਾਂ ਤੁਹਾਨੂੰ ਲਗਾਤਾਰ ਦੱਸਦੇ ਆਏ ਹੈਗੇ ਆ। ਪਹਿਲੋਂ 1/4% ਵਧਾਇਆ ਸੀ, ਫਿਰ 0.5% ਵਧਾਇਆ ਆ ਤੇ ਅਗਲੇ ਮਹੀਨੇ ਫਿਰ ਦੁਬਾਰਾ ਇਹਨਾਂ ਦੀ ਮੀਟਿੰਗ ਹੋਣੀ ਆ ਤੇ ਸੁਣਨ ਦੇ ਵਿੱਚ ਇਹੀ ਆ ਰਿਹਾ ਆ, ਗੱਲਾਂ ਇਹੀ ਨੇ। ਹਰਜੋਤ ਸਿੰਘ ਜੀ ਵੀ ਉਹ ਇੱਕ ਵਾਰੀ ਫੇਰ ਇੰਟਰਸਟ ਰੇਟ ਆ ਉਹ ਕੁਛ ਵਧਾਉਣਗੇ, 0.5% ਤੱਕ ਫੇਰ ਵਧਾ ਸਕਦੇ ਆ। ਸੋ ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣਾ ਇਸ ਟਾਈਮ ਸਰਕਾਰ ਦੇ ਲਈ ਸਭ ਤੋਂ ਵੱਡੀ ਜਿਹੜੀ ਚੁਣੌਤੀ ਆ ਉਹ ਦਰਪੇਸ਼ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਇਸੇ ਦੇ ਨਾਲ ਸੰਬੰਧਿਤ ਹੀ ਆ। ਇਨਫਲੇਸ਼ਨ ਥੋੜ੍ਹੀ ਜਿਹੀ ਸਲੋ ਡਾਊਨ ਹੋਈ ਆ, ਇਸ ਕਰਕੇ ਸਟਾਕਸ ਦੇ ਵਿੱਚ ਅੱਜ ਰੌਣਕ ਦਿਖ ਰਹੀ ਆ। ਡਾਓ ਜੋਨਸ ਅੱਜ ਥੋੜ੍ਹਾ ਜਿਹਾ ਪੋਜ਼ੀਟਿਵ ਚੱਲ ਰਿਹਾ ਆ, ਆਲਦੋ ਜਿਹੜਾ ਟੈਕਨੋਲੋਜੀ ਸੈਕਟਰ ਦੇ ਸਟਾਕ ਆ ਉਹ ਅਜੇ ਵੀ ਨੈਗੇਟਿਵ ਦੇ ਵਿੱਚ ਅੱਜ ਚੱਲ ਰਹੇ ਆ। ਸੋ ਦਿਨ ਦੇ ਖਤਮ ਹੋਣ ਤੱਕ ਕਿੱਦਾਂ ਦਾ ਰਹੂਗਾ ਇਹ ਜਿਹੜੀ ਉਹ ਦੇਖਣ ਵਾਲੀ ਰਹੇਗੀ। ਸੋ ਲੈਟਸ ਸੀ ਅੱਗੇ ਕੀ ਬਣਦਾ ਹੈ। ਪਰ ਸਟਾਕਸ ਨੇ ਅੱਜ ਥੋੜ੍ਹਾ ਜਿਹਾ ਬਾਉਂਸ ਬੈਕ ਕੀਤਾ ਆ ਜਦ ਉਹਨਾਂ ਨੂੰ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੇ ਇਹ ਸ਼ੋਅ ਕੀਤਾ ਵੀ ਇਨਫਲੇਸ਼ਨ ਪਹਿਲਾਂ ਦੇ ਨਾਲੋਂ ਥੋੜ੍ਹੀ ਜਿਹੀ ਸਲੋ ਡਾਊਨ ਹੋਈ ਆ।
ਜੀ, ਬਿਲਕੁਲ ਜੇ ਕ੍ਰਿਪਟੋ ਕਰੰਸੀਜ਼ ਦੀ ਗੱਲ ਕਰਦੇ ਜਾਈਏ, ਕ੍ਰਿਪਟੋ ਕਰੰਸੀਜ਼ ਦਾ ਬਹੁਤ ਬੁਰਾ ਹਾਲ ਹੋਇਆ। ਟੈਰਾ ਯੂਐਸਡੀ ਸਟੇਬਲ ਕੋਇਨ ਜਿਹੜਾ ਆ ਉਹ ਕਹਿੰਦੇ ਪਈ 0.30 ਸੈਂਟ ਦੇ ਉੱਤੇ ਜਿਹੜੀ ਉਹਦੀ ਪ੍ਰਾਈਸ ਆ ਗਈ ਆ, ਬਹੁਤ ਲੋਐਸਟ ਲੈਵਲ ਦੇ ਉੱਤੇ ਆਈ ਆ। ਇਸੇ ਤਰ੍ਹਾਂ ਉਹਦੀ ਜਿਹੜੀ ਸਿਸਟਰ ਇੱਕ ਕ੍ਰਿਪਟੋ ਕਰੰਸੀ ਲੂਨਾ ਆ, 97% ਉਹ ਡਾਊਨ ਗਈ ਆ। ਇੱਕ ਟਾਈਮ ਦੇ ਉੱਤੇ $116 ਨੂੰ ਸੀ, ਜਿਹੜੀ ਅੱਜ ਉਹ 37 ਸੈਂਟ ਨੂੰ ਆ। ਸੋ ਇੰਨਾ ਜ਼ਿਆਦਾ ਜਿਹੜਾ ਫਰਕ ਪਿਆ ਕ੍ਰਿਪਟੋ ਕਰੰਸੀਜ਼ ਦੇ ਉੱਤੇ, ਜਿਹੜਾ ਰਗੜਾ ਆ ਬਹੁਤ ਜ਼ਿਆਦਾ ਲੱਗਾ ਹੈਗਾ। ਜੀ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਟਵਿੱਟਰ ਨੂੰ ਲੈ ਕੇ ਆ। ਟਵਿੱਟਰ ਨੂੰ ਲੈ ਕੇ ਹੁਣ ਜੇ ਆਪਾਂ ਨਿਊਜ਼ ਆਊਟਲੈਟਸ ਦੇ ਵਿੱਚ ਸਾਰਾ ਕੁਝ ਦੇਖੀਏ, ਬਹੁਤ ਮਾਹੌਲ ਗਰਮਾਇਆ ਹੋਇਆ, ਬਹੁਤ ਸਾਰੀਆਂ ਖਬਰਾਂ ਟਵਿੱਟਰ ਨੂੰ ਲੈ ਕੇ ਆ। ਕੱਲ ਟਵਿੱਟਰ ਦੇ ਸੰਬੰਧ ਦੇ ਵਿੱਚ ਇਲੋਨ ਮਸਕ ਨੇ ਇਹ ਕਿਹਾ ਸੀ ਵੀ ਆਪਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਿਹੜੀ ਉਹਨਾਂ ਤੇ ਰਿਸਟ੍ਰਿਕਸ਼ਨ ਲਾਈ ਆ ਉਸ ਨੂੰ ਉਠਾ ਦਿੱਤਾ ਆ, ਉਹਨੂੰ ਚੱਕਣ ਜਾ ਰਹੇ ਆ। ਅੱਜ ਜੈਕ ਡੋਰਥੀ, ਜਿਨ੍ਹਾਂ ਨੇ ਟਵਿੱਟਰ ਦੇ ਓਰੀਜਨਲ ਸੀਈਓ ਸੀ, ਜਿਨ੍ਹਾਂ ਨੇ ਸਟਾਰਟ ਕੀਤਾ ਸੀ, ਈਵਨ ਦੋ ਲਾਸਟ ਈਅਰ ਉਹ ਕੁਇਟ ਵੀ ਕਰ ਗਿਆ ਸੀ, ਉਹਨਾਂ ਨੇ ਮੰਨਿਆ ਵੀ ਮੇਰੀ ਇਹ ਗਲਤੀ ਆ, ਸਾਨੂੰ ਟਰੰਪ ਨੂੰ ਜਿਹੜਾ ਆ ਉਹ ਬੈਨ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇਹ ਕਿਹਾ ਵੀ ਇਹ ਸਾਡਾ ਡਿਸੀਜਨ ਇੱਕ ਬਿਜ਼ਨਸ ਡਿਸੀਜਨ ਸੀਗਾ, ਨਾ ਕਿ ਕੋਈ ਜਿਹੜਾ ਪੋਲੀਟੀਕਲ ਡਿਸੀਜਨ ਸੀ। ਤੇ ਅੱਜ ਇਲੋਨ ਮਸਕ ਨੇ ਇਹ ਵੀ ਅਨਾਉਂਸ ਕਰਤਾ ਵੀ ਜਦੋਂ ਟੇਕ ਓਵਰ ਹੋ ਜਾਏਗਾ ਟਵਿੱਟਰ ਦਾ, ਤੇ ਮੈਂ ਇਸ ਕੰਪਨੀ ਨੂੰ ਕੈਲੀਫੋਰਨੀਆ ਤੋਂ ਬਾਹਰ ਲੈ ਜਾਊਂਗਾ। ਤੇ ਇਲੋਨ ਮਸਕ ਨੇ ਇਹ ਵੀ ਕਿਹਾ ਆ ਵੀ ਟਵਿੱਟਰ ਦੇ EMPLOYEES ਦੇ ਜਦੋਂ ਅਸੀਂ ਟੇਕ ਓਵਰ ਕਰਾਂਗੇ, ਉਹ ਉਹਨਾਂ ਦੇ ਉੱਤੇ ਐਕਸਟ੍ਰੀਮ ਇੱਕ ਤਰ੍ਹਾਂ ਦੇ ਨਾਲ ਉਹਨਾਂ ਵੱਲ ਐਕਸ਼ਨ ਹੋਊਗਾ। ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਵੀ ਬਹੁਤ ਸਾਰਾ ਜਿਹੜਾ ਆ ਟਵਿੱਟਰ ਦੇ ਉੱਤੇ ਲੈਫਟ ਲੀਨਿੰਗ ਲੋਕ ਹੈਗੇ ਆ। ਤੇ ਈਵਨ ਫੋਰਚੂਨ ਮੈਗਜ਼ੀਨ ਨੇ ਆਰਟੀਕਲ ਕੱਢਿਆ ਜਿਹਦੇ ਵਿੱਚ ਉਹਨੇ ਦੱਸਿਆ ਵੀ ਜਦੋਂ ਤੋਂ ਹੀ ਐਲੋਨ ਮਸਕ ਨੇ ਅਨਾਉਂਸ ਕੀਤਾ ਆ ਵੀ ਉਹ ਖਰੀਦਣ ਜਾ ਰਿਹਾ ਟਵਿੱਟਰ ਨੂੰ, ਕਹਿੰਦੇ ਟਵਿੱਟਰ ਦੀ ਜੌਬ ਇੰਟਰਸਟ 250% ਇਨਕਰੀਜ਼ ਹੋਇਆ ਹੈਗਾ ਆ। ਸੋ ਜੇ ਟਵਿੱਟਰ ਆਊਟ ਆਫ ਕੈਲੀਫੋਰਨੀਆ ਮੂਵ ਹੁੰਦੀ ਆ, ਤੇ ਕਹਿੰਦੇ ਵੀ ਮੋਸਟਲੀ ਚਾਂਸ ਇਹ ਆ ਵੀ ਉਹ ਟੈਕਸਸ ਦੇ ਵਿੱਚ ਇਸ ਨੂੰ ਲੈ ਕੇ ਚਲੇ ਜਾਣਗੇ। ਜੀ, ਇਹ ਬੜੀ ਹੈਰਾਨੀ ਵਾਲੀ ਗੱਲ ਆ। ਵੈਸੇ ਇੱਕ ਤਾਂ ਕਹਿੰਦਾ ਵੀ ਫਰੀਡਮ ਆਫ ਸਪੀਚ ਜਿਹੜੀ ਉਹ ਚਾਹੀਦੀ ਆ, ਪਰ ਲੈਫਟ ਲੀਨਿੰਗ ਵਾਲਿਆਂ ਨੂੰ ਬਾਹਰ ਕਰਨ ਵਾਲੀ ਗੱਲ, ਆਈ ਥਿੰਕ ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੰਟਰਾਡਿਕਟ ਜਿਹੜੀ ਉਹ ਕਰ ਜਾਂਦੇ ਆ। ਵੀ ਚਲੋ ਠੀਕ ਹੈ, ਜੇ ਤੁਸੀਂ ਚਾਹੁੰਦੇ ਆ ਵੀ ਦੂਜੇ ਪਾਸੇ ਵਾਲੇ ਆਉਣ, ਤੇ ਫਿਰ ਉਹ ਬਰਾਬਰਤਾ ਤੁਹਾਨੂੰ ਵੀ ਜਿਹੜੀ ਉੱਥੇ ਦਿਖਾਉਣੀ ਪੈਣੀ ਆ। ਹੌਲੀ ਹੌਲੀ ਦੂਜਿਆਂ ਦੇ ਨੰਬਰ ਜਿਹੜੇ ਉਹ ਵਧਣਗੇ, ਜਦੋਂ ਤੁਸੀਂ ਕਿਹਾ ਵੀ ਇੰਟਰਸਟ ਜਿਹੜਾ ਉਸ ਦੇ ਵਿੱਚ ਲੋਕਾਂ ਦਾ, ਖਾਸ ਕਰਕੇ ਰਾਈਟ ਲੀਨਿੰਗ ਵਾਲਿਆਂ ਦਾ ਜਿਹੜਾ ਵਧੂਗਾ, ਤਾਂ ਬਰਾਬਰਤਾ ਜਿਹੜੀ ਉੱਥੇ ਆ ਸਕਦੀ ਆ। ਉਹ ਤਾਂ ਫਰੀਡਮ ਆਫ ਸਪੀਚ ਦੇ ਬੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਨੇ ਇਲੋਨ ਮਸਕ। ਰੀਸੈਂਟਲੀ ਹਰਜੋਤ ਸਿੰਘ ਜੀ, ਇੱਕ ਨੇ ਇਹਨਾਂ ਦੇ ਜਿਹੜੀ ਗੱਡੀ ਦੇ ਬਾਰੇ ਨੈਗੇਟਿਵ ਬਲੌਗ ਦੇ ਵਿੱਚ ਨੈਗੇਟਿਵ ਜਿਹੜਾ ਉਹ ਬੋਲਿਆ ਸੀਗਾ, ਉਹਨੂੰ ਨਹੀਂ ਚੰਗੀ ਲੱਗੀ, ਤੇ ਉਹਨੇ ਇਸ ਦੀ ਗੱਡੀ ਦਾ ਜਿਹੜਾ ਉਹ ਸੀਗਾ ਹਰਜੋਤ ਸਿੰਘ ਜੀ ਆਰਡਰ, ਉਹ ਕੈਂਸਲ ਖੁਦ ਆਪਣੇ ਪੱਧਰ ਦੇ ਉੱਤੇ ਕਰ ਦਿੱਤਾ ਸੀਗਾ। ਸੋ ਕਰਕੇ ਵੀ ਇਹਨਾਂ ਨੂੰ ਨਾਲ ਦੇ ਨਾਲ ਜਿਹੜਾ ਉਹ ਜ਼ਰੂਰ ਦਿਖਾਉਣਾ ਚਾਹੀਦਾ ਹੈਗਾ ਆ ਵੀ ਭਾਈ ਮੈਂ ਜੋ ਕਹਿੰਦਾ ਆ ਉਹ ਐਕਚੁਅਲ ਦੇ ਵਿੱਚ ਹੀ ਇੱਦਾਂ ਆ। ਇਹ ਨਹੀਂ ਆ ਵੀ ਜੇ ਮੈਨੂੰ ਕੋਈ ਮਾੜਾ ਬੋਲੇ ਤਾਂ ਫਿਰ ਮੈਂ ਉਹਦੇ ਖਿਲਾਫ ਜਿਹੜਾ ਉਹ ਐਕਸ਼ਨ ਲੈ ਲੈਂਦਾ ਆ। ਸੋ ਜੈਕ ਡਾਰਸੀ ਨੇ ਜ਼ਰੂਰ ਇਹ ਕਿਹਾ ਆ ਵੀ ਪਰਮਾਨੈਂਟ ਬੈਨ ਜਿਹੜਾ ਕੀਤਾ ਸੀਗਾ ਟਰੰਪ ਹੁਣਾਂ ਦਾ, ਉਹ ਟੋਟਲੀ ਗਲਤ ਸੀਗਾ। ਮੈਂ ਉਸ ਚੀਜ਼ ਦੇ ਵਿੱਚ ਐਗਰੀ ਕਰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਹੌਲੀਓਕ ਇੱਕ ਸ਼ਹਿਰ ਹੈਗਾ ਆ। ਉਸ ਸ਼ਹਿਰ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਸਨਮਾਨਿਤ ਕੀਤਾ ਗਿਆ ਆ। ਉੱਥੇ ਸਿਟੀ ਹਾਲ ਦੇ ਵਿੱਚ ਇੱਕ ਵਾਰੀ ਫਿਰ ਨਿਸ਼ਾਨ ਸਾਹਿਬ ਚਲਾਇਆ ਗਿਆ ਸੀਗਾ। ਸੋ ਹੌਲੀਓਕ ਦੇ ਜਿਹੜੇ ਮੇਅਰ ਹੈਗੇ ਨੇ ਐਲੈਕਸ ਮੌਰਸ, ਉਹਨਾਂ ਨੇ ਅਪ੍ਰੈਲ ਮਹੀਨੇ ਨੂੰ ਸਿੱਖ ਅਵੇਅਰਨੈਸ ਤੇ ਐਪਰੀਸੀਏਸ਼ਨ ਮੰਥ ਦੇ ਵਜੋਂ ਵੀ ਜਿਹੜਾ ਉਹਨਾਂ ਨੇ ਅਲਾਓ ਕੀਤਾ ਸੀਗਾ। ਸੋ ਕੁਛ ਕੁ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਅਜਿਹੇ ਜਿਹੜੇ 2-3 ਸ਼ਹਿਰਾਂ ਦੇ ਵਿੱਚ ਦੇਖਣ ਨੂੰ ਇਹ ਮਿਲਿਆ ਹੈਗਾ ਆ। ਉੱਧਰ ਇੱਕ ਹੋਰ ਚੀਜ਼ ਦੇਖੀ ਗਈ ਹੈ ਕਨੈਟੀਕਟ ਦੇ ਵਿੱਚ, ਜਦ ਆਪਾਂ ਨੂੰ ਪਤਾ ਸੀਗਾ ਵੀ ਕਿਸ ਤਰੀਕੇ ਨਾਲ ਭਾਰਤੀ ਮੀਡੀਆ ਤੇ ਭਾਰਤੀ ਸਟੇਟ ਆ, ਉਹਨਾਂ ਨੂੰ ਮਾੜਾ ਲੱਗਾ ਜਦੋਂ ਸਰਬੱਤ ਖਾਲਸੇ ਦੀ ਜਿਹੜੀ ਉਹ ਗੱਲ ਕੀਤੀ ਗਈ, ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜਾ ਉਹਨਾਂ ਨੇ ਕਨੈਟੀਕਟ ਨੇ ਮਤਾ ਜਿਹੜਾ ਉਹ ਪਾਸ ਕੀਤਾ ਸੀਗਾ। ਸੋ ਹੁਣ ਉਹਨਾਂ ਨੂੰ ਸ਼ਾਬਾਸ਼ੀ ਦੇਣ ਦੇ ਲਈ ਬਹੁਤ ਸਾਰੇ ਜਿਹੜੇ ਗੁਰੂ ਘਰ ਆ ਆਪਣੇ ਪੱਧਰ ਦੇ ਉੱਤੇ ਉਹਨਾਂ ਦੀ ਅਸੈਂਬਲੀ ਦੀ ਸਪੋਰਟ ਦੇ ਲਈ, ਇਲੈਕਟਿਡ ਅਫੀਸ਼ੀਅਲਸ ਨੂੰ ਸਪੋਰਟ ਦੇ ਲਈ ਲੈਟਰ ਆਫ ਸਪੋਰਟ ਜਿਹੜੀ ਆ ਉਹ ਹੁਣ ਘੱਲ ਰਹੇ ਆ। ਸੋ ਇਸੇ ਤਰੀਕੇ ਦੇ ਨਾਲ
ਸਟਾਕਟਨ ਗੁਰਦੁਆਰਾ ਸਾਹਿਬ ਨੇ ਜਿਹੜੀ ਕਨੈਟੀਕਟ ਇਲੈਕਟਿਡ ਅਫੀਸ਼ੀਅਲਸ ਆ ਉਹਨਾਂ ਦੇ ਹੱਕ ਦੇ ਵਿੱਚ ਚਿੱਠੀ ਲਿਖ ਕੇ ਉਹਨਾਂ ਨੂੰ ਘੱਲੀ ਆ ਤੇ ਧੰਨਵਾਦ ਉਹਨਾਂ ਦਾ ਕੀਤਾ ਆ ਵੀ ਤੁਸੀਂ ਉਸ ਦਿਨ ਨੂੰ ਸਿੱਖ ਜਿਹੜਾ ਉਹ ਡੇ ਜਿਹੜਾ ਸੀਗਾ ਸਰਬੱਤ ਖਾਲਸੇ ਵਾਲਾ ਜਿਹੜਾ ਉਹ ਦਿਨ ਸੀ, ਸਿੱਖ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਡੇ ਨੂੰ ਮਾਨਤਾ ਜਿਹੜੀ ਉਹ ਦਿੱਤੀ ਸੀ। ਸੋ ਬਾਕੀ ਗੁਰੂ ਘਰਾਂ ਨੂੰ ਵੀ ਇਸ ਦੇ ਉੱਤੇ ਚੱਲਦੇ ਹੋਏ ਆਈ ਥਿੰਕ ਕਨੈਟੀਕਟ ਦੇ ਜਿਹੜੇ ਅਧਿਕਾਰੀ ਆ ਇਲੈਕਟਿਡ ਅਫੀਸ਼ੀਅਲ ਜਿਨ੍ਹਾਂ ਨੇ ਇਹ ਮਤਾ ਪਾਸ ਕੀਤਾ ਆ ਉਹਨਾਂ ਨੂੰ ਸਪੋਰਟ ਦੇ ਵਿੱਚ ਲੈਟਰ ਜਿਹੜੀ ਉਹ ਜ਼ਰੂਰ ਲਿਖ ਕੇ ਘੱਲਣੀ ਚਾਹੀਦੀ ਆ, ਕਿਉਂਕਿ ਇਹ ਨਾ ਹੋਵੇ ਵੀ ਦੂਜਿਆਂ ਦੇ ਦਬਾਅ ਅਧੀਨ ਬਾਅਦ ਦੇ ਵਿੱਚ ਇਹ ਜਿਹੜਾ ਮਤਾ ਆ ਉਹ ਉੱਥੋਂ ਦੀ ਇਲੈਕਟਿਡ ਅਫੀਸ਼ੀਅਲ ਆ ਬਾਅਦ ਦੇ ਵਿੱਚ ਵਾਪਸ ਲੈ ਲੈਣ, ਕਿਉਂਕਿ ਇਦਾਂ ਆਲਰੇਡੀ ਹੋ ਚੁੱਕਾ ਆ ਜੀ ਇੱਕ ਅੱਧੀ ਥਾਂ ਦੇ ਉੱਤੇ। ਸੋ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਤੇ ਉਹਨਾਂ ਨੂੰ ਸਪੋਰਟ ਘੱਲਣੀ ਆਈ ਥਿੰਕ ਸਾਰੇ ਹੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਆ ਉਹਨਾਂ ਦਾ ਇਸ ਟਾਈਮ ਫਰਜ਼ ਬਣਦਾ ਆ। ਜੀ ਸੋ ਬਿਲਕੁਲ ਜਿੰਨੀਆਂ ਵੀ ਸਿੱਖ ਆਰਗੇਨਾਈਜੇਸ਼ਨਸ ਦੇ ਪ੍ਰਬੰਧਕ ਹੈਗੇ ਸੁਣ ਰਹੇ ਆ, ਪਲੀਜ਼ ਕਨੈਟੀਕਟ ਦੇ ਵਿੱਚ ਜਿਹੜਾ ਉੱਥੇ ਦੀ ਅਸੈਂਬਲੀ ਨੇ ਮਤਾ ਪਾਸ ਕੀਤਾ ਸੀ ਸਿੱਖਾਂ ਦੇ ਹੱਕ ਦੇ ਵਿੱਚ, ਸਿੱਖਾਂ ਦੀ ਆਜ਼ਾਦੀ ਦੀ ਗੱਲ ਦੇ ਵਿੱਚ, ਤੇ ਉਹਨਾਂ ਦੀ ਸਪੋਰਟ ਕਰਨ ਦੇ ਲਈ ਜ਼ਰੂਰ ਲੈਟਰ ਉਹਨਾਂ ਨੂੰ ਭੇਜੋ। ਕਿਤੇ ਇਹ ਨਾ ਹੋਵੇ ਕਿਉਂਕਿ ਆਪਾਂ ਆਰਗੇਨਾਈਜ਼ ਨਹੀਂ ਹੈਗੇ, ਲਿਖਣ ਪੜ੍ਹਨ ਦੇ ਵਿੱਚ ਬੜਾ ਯਕੀਨ ਨਹੀਂ ਕਰਦੇ ਤੇ ਮੁੜ ਕੇ ਫਿਰ ਉਹਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪਵੇ ਤੇ ਉਸ ਨੂੰ ਰੀਟਰੈਕਟ ਕਰ ਦੇਣ ਤੇ ਫਿਰ ਜ਼ਿਆਦਾ ਜਿਹੜੀ ਆ ਉਹ ਬਦਨਾਮੀ ਹੁੰਦੀ ਹੈਗੀ ਆ। ਇਸੇ ਤਰ੍ਹਾਂ ਜੇ ਸਿੱਖਾਂ ਦੀ ਗੱਲ ਕਰਦੇ ਜਾਈਏ, ਸੈਂਟਰ ਵੈਲੀ ਫ੍ਰਿਜ਼ਨੋ ਤੋਂ ਖਬਰ ਆ ਰਹੀ ਆ ਵੀ ਨੈਣਦੀਪ ਸਿੰਘ ਜਿਹੜੇ ਜਕਾਰਾ ਮੂਵਮੈਂਟ ਦੇ ਓਰੀਜਨਲ ਮੋਢੀ ਹੈਗੇ ਆ, ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ $2.5 ਲੱਖ ਦੀ ਗ੍ਰਾਂਟ ਮਿਲੀ ਸੀ, ਇਨਾਮ ਮਿਲਿਆ ਸੀ ਉਹਨਾਂ ਨੂੰ ਜੇਮਸ ਇਰਵਾਈਨ ਫਾਊਂਡੇਸ਼ਨ ਵੱਲੋਂ। ਜੇਮਸ ਇਰਵਾਈਨ ਫਾਊਂਡੇਸ਼ਨ ਇਹ ਆ ਵੀ ਇਹ ਹਰ ਸਾਲ 6 ਜਾਣਿਆਂ ਨੂੰ 2.5 ਲੱਖ ਦਾ ਜਿਹੜਾ ਇਨਾਮ ਦਿੰਦੇ ਆ, ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਅਪਲਿਫਟ ਕਰਦੇ ਹੈਗੇ ਆ। ਸੋ ਜਕਾਰਾ ਮੂਵਮੈਂਟ ਨੂੰ ਇਸ ਕਰਕੇ ਨਾਮ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਪਿਛਲੇ 20 ਸਾਲਾਂ 'ਚ ਬਹੁਤ ਜ਼ਿਆਦਾ ਜਿਹੜਾ ਕੰਮ ਕੀਤਾ ਹੈਗਾ। ਫ੍ਰਿਜ਼ਨੋ ਬੇਸਡ ਜਕਾਰਾ ਮੂਵਮੈਂਟ ਨੇ ਯੂਥ ਲੀਡਰਸ਼ਿਪ ਆਰਗੇਨਾਈਜ਼ ਕੀਤਾ, ਮੇਨਲੀ ਪੰਜਾਬੀ ਸਿੱਖ ਪੋਪੂਲੇਸ਼ਨ ਦੇ ਵਿੱਚ 2000 ਸਨ 'ਚ ਫਾਊਂਡ ਹੋਈ ਸੀ ਜਕਾਰਾ ਮੂਵਮੈਂਟ, ਤੇ ਜਿਹੜੀ ਕਿ ਸਿੱਖ ਯੂਥ ਨੂੰ ਉਹਨਾਂ ਦੇ ਹੈਰੀਟੇਜ ਦੇ ਬਾਰੇ ਦੱਸਦੀ ਆ, ਜੈਂਡਰ ਇਕੁਐਲਿਟੀ ਬਾਰੇ, ਤੇ ਆਉਣ ਵਾਲੇ ਲੀਡਰਸ ਭਵਿੱਖ ਦੇ ਜਿਹੜੀ ਤਿਆਰ ਕਰਦੀ ਹੈਗੀ ਆ। ਸੋ ਉਸ ਸੰਬੰਧ ਦੇ ਵਿੱਚ ਫ੍ਰਿਜ਼ਨੋ ਦੇ ਵਿੱਚ ਇਸ ਸ਼ੁੱਕਰਵਾਰ ਨੂੰ ਜਿਹੜਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਆ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਆ। ਫ੍ਰਿਜ਼ਨੋ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ 10 ਵਜੇ ਦੇ ਕਰੀਬ, 10:30 ਵਜੇ ਦੇ ਕਰੀਬ, ਤੇ ਕਹਿੰਦੇ ਵੀ ਜਕਾਰਾ ਮੂਵਮੈਂਟ ਦੀ ਜੇ ਗੱਲ ਕਰਦੀ ਜਾਈਏ, ਇਹਨਾਂ ਨੇ ਪਿਛਲੇ 20 ਸਾਲਾਂ ਦੇ ਵਿੱਚ ਹੁਣ 41 ਦੇ ਕਰੀਬ ਉਹਨਾਂ ਦੇ ਪੇਡ ਸਟਾਫ ਆ, ਜਿਹੜੇ EMPLOYEES ਆ, ਜਿਹੜੇ ਪੇਡ ਹੈਗੇ ਆ। 70 ਦੇ ਕਰੀਬ ਰਜਿਸਟਰਡ ਹਾਈ ਸਕੂਲ ਕਲੱਬਸ ਹੈਗੇ ਆ, 25 ਕਾਲਜ ਚੈਪਟਰਸ ਆ, 15 ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ, ਤੇ ਐਗਜ਼ੀਕਿਊਟਿਵ ਡਾਇਰੈਕਟਰ ਜਿਹੜੇ ਨੈਣਦੀਪ ਆ 2009 ਤੋਂ ਹੈਗੇ ਜਕਾਰਾ ਮੂਵਮੈਂਟ ਦੇ ਵਿੱਚ, ਤੇ ਉਹਨਾਂ ਨੂੰ ਵੀ ਉੱਥੇ ਸਨਮਾਨਿਤ ਕੀਤਾ ਜਾਣਾ ਆ। ਇਸੇ ਤਰ੍ਹਾਂ ਇੱਕ ਮਿਊਰਲ ਜਿਹੜਾ ਬਣਾਇਆ ਗਿਆ ਆ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ, ਜਿੱਥੇ ਉਹਨਾਂ ਦੀ ਤਸਵੀਰ ਵੀ, ਮਿਊਰਲ ਵੀ ਹੈਗਾ ਆ। ਸੋ ਉੱਥੇ ਵੀ ਜਿਹੜੇ ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਊਗਾ, ਉਸ ਮਿਊਰਲ ਦਾ ਜਿਹੜਾ ਉਦਘਾਟਨ ਵੀ ਕੀਤਾ ਜਾਊਗਾ। ਸੋ ਇਹ ਇੱਕ ਬਹੁਤ ਵਧੀਆ ਗੱਲ ਆ ਵੀ ਆਪਣਾ ਨੌਜਵਾਨ ਮੁੰਡਾ ਜਿਹੜਾ ਉਸ ਨੂੰ ਇੰਨੇ ਵੱਡੇ ਜਿਹੜੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਬਹੁਤ ਵਧੀਆ ਜਿਹੜੀ ਇਹ ਇੱਕ ਗੱਲ ਹੈਗੀ ਆ। ਸੋ ਕਿਹਾ ਜਾਂਦਾ ਆ ਵੀ 8 ਲੱਖ ਦੇ ਤਕਰੀਬਨ ਸਿੱਖ ਜਿਹੜੇ ਉਹ ਰਹਿੰਦੇ ਹੋਣਗੇ ਇਕੱਲੇ ਕੈਲੀਫੋਰਨੀਆ 'ਚ। ਹੋ ਸਕਦਾ ਵੀ ਇਹ ਆંકੜਾ ਚਲੋ ਉੱਤੇ ਥੱਲੇ ਹੋਵੇ, ਅਜੇ ਦੇਖਦੇ ਹਾਂ ਵੀ ਇਹ ਕੀ ਬਣਦਾ। ਪਰ ਆਪਾਂ ਦੇਖਦੇ ਹੀ ਹਾਂ ਵੀ ਹੁਣ ਜਿਹੜੇ ਸ਼ਹਿਰਾਂ 'ਚ ਤੁਸੀਂ ਰਹਿ ਰਹੇ ਆ ਵੀ ਵਸੋਂ ਜਿਹੜੀ ਆ ਉਹ ਹੌਲੀ ਹੌਲੀ ਵੱਧ ਰਹੀ ਆ। ਇਕੱਲੀ ਕੈਲੀਫੋਰਨੀਆ ਨਹੀਂ, ਹੋਰ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਸਿੱਖ ਆ, ਪੰਜਾਬੀ ਆ, ਉਹਨਾਂ ਦਾ ਆંકੜੇ ਜਿਹੜੇ ਹੁਣ ਉੱਤੇ ਵੱਲ ਨੂੰ ਜਾ ਰਹੇ ਹੈਗੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ। ਪਰ ਇਹ ਆ ਵੀ ਅਜਿਹੇ ਲੋਕਾਂ ਨੂੰ ਦੇਖ ਕੇ ਬਾਕੀਆਂ ਨੂੰ ਜ਼ਰੂਰ ਪ੍ਰੇਰਨਾ ਜਿਹੜੀ ਉਹ ਮਿਲਦੀ ਆ ਵੀ ਅਸੀਂ ਵੀ ਕਮਿਊਨਿਟੀ ਦੇ ਲਈ ਕੁਛ ਨਾ ਕੁਛ ਕਰੀਏ। ਸੋ ਜਕਾਰਾ ਮੂਵਮੈਂਟ ਤੋਂ ਨੈਣਦੀਪ ਸਿੰਘ ਹੁਣਾਂ ਨੂੰ ਤੁਸੀਂ ਅਕਸਰ ਹੀ ਪੰਜਾਬੀ ਰੇਡੀਓ USA ਦੇ ਉੱਤੇ ਗੱਲਬਾਤ ਕਰਦੇ, ਵੱਖ-ਵੱਖ ਇਸ਼ੂਜ਼ ਦੇ ਉੱਤੇ ਗੱਲਬਾਤ ਕਰਦੇ ਸੁਣਦੇ ਰਹਿੰਦੇ ਆ। ਸੋ ਬਹੁਤ-ਬਹੁਤ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਵੀ ਵਧਾਈ ਦਿੱਤੀ ਆ ਲੀਡਰਸ਼ਿਪ ਅਵਾਰਡ ਰੈਸੀਪੀਐਂਟਸ ਜਿਹੜੇ ਹੈਗੇ ਆ। ਇਹ ਕੋਈ ਇੰਨਾ ਸੌਖਾ ਨਹੀਂ ਅਵਾਰਡ ਲੈਣਾ। ਇਸ ਸਾਲ 419 ਦੇ ਕਰੀਬ
ਲੋਕਾਂ ਨੇ ਅਪਲਾਈ ਕੀਤਾ ਸੀ ਇਸ ਨੋਮੀਨੇਸ਼ਨ ਦੇ ਲਈ, ਜਿਹਦੇ ਵਿੱਚੋਂ 6 ਜਾਣਿਆਂ ਨੂੰ ਇਲੈਕਟ ਕੀਤਾ ਗਿਆ ਹੈ। 6ਾਂ ਦੇ ਵਿੱਚੋਂ ਇੱਕ ਕੈਮਲੀ ਸ਼ਾਵੇਜ਼ ਕੋ-ਫਾਊਂਡਰ ਹੈਗੇ, ਐਗਜ਼ੀਕਿਊਟਿਵ ਡਾਇਰੈਕਟਰ ਕਰਨ ਕਾਉਂਟੀ ਬੇਸਡ ਡਲੋਰਸ ਹਿਊਰੇਟਾ ਫਾਊਂਡੇਸ਼ਨ ਦੇ। ਡਿਵੋਂਜ ਬੋਗਾਨ ਇਹ ਫਾਊਂਡਰ CEO ਹੈਗੇ ਰਿਚਮੰਡ ਬੇਸਡ ਐਡਵਾਂਸ ਪੀਸ ਦੇ। ਤੇ ਡਾਕਟਰ ਨੋਹਾ ਐਵੋਲੇਟਾ ਇਹ ਫਾਊਂਡਰ ਹੈਗੇ ਓਕਲੈਂਡ ਬੇਸਡ ਰੂਟ ਕਮਿਊਨਿਟੀ ਹੈਲਥ ਸਰਵਿਸਿਜ਼ ਦੇ। ਸਰੀਟਾ ਕਾਕਸ ਕੋ-ਫਾਊਂਡਰ ਟਰੱਕੀ ਬੇਸਡ ਆਈ ਫੋਸਟਰ। ਤੇ ਬ੍ਰੈਂਡਨ ਸਮਿਥ ਤੇ ਰਾਇਲ ਰਾਮੇ ਇਹ ਕੋ-ਫਾਊਂਡਰ ਹੈਗੇ ਫੋਰੈਸਟ ਐਂਡ ਦਾ ਫਾਇਰ ਰਿਕਰੂਟਮੈਂਟ ਪ੍ਰੋਗਰਾਮ। ਸੋ ਇਹਨਾਂ 6 ਜਾਣਿਆਂ ਨੂੰ ਮਿਲਿਆ, ਤੇ ਜਿਨ੍ਹਾਂ ਦੇ ਵਿੱਚੋਂ ਨੈਨਦੀਪ ਸਿੰਘ ਆਪਣੇ ਪੰਜਾਬੀ ਨੌਜਵਾਨ ਪਹਿਲੇ ਪੰਜਾਬੀ ਸਿੱਖ ਆ ਜਿਨ੍ਹਾਂ ਨੂੰ ਇਦਾਂ ਦਾ ਅਵਾਰਡ ਅਮਰੀਕਾ ਦੇ ਵਿੱਚ ਮਿਲਿਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਜੇ ਕਰਦੇ ਜਾਈਏ ਤਾਂ ਮਾਰਕ ਐਸਪਰ ਇਹਨਾਂ ਦੀ ਜਿਹੜੀ ਨਵੀਂ ਕਿਤਾਬ ਜਿਹੜੀ ਆ ਰਹੀ ਆ ਉਸ ਦੇ ਵਿੱਚ ਉਹਨਾਂ ਨੇ ਹੋਰ ਸਨਸਨੀਖੇਜ਼ ਖੁਲਾਸੇ ਜਿਹੜੇ ਦਾਅਵੇ ਆ ਉਹ ਕਰ ਰਹੇ ਆ। ਸਾਬਕਾ ਪੈਂਟਾਗਨ ਦੇ ਚੀਫ ਜਿਹੜੇ ਇਹ ਰਹੇ ਨੇ, ਇਹਨਾਂ ਨੇ ਹੁਣ ਖੁਲਾਸਾ ਕੀਤਾ ਆ ਵੀ ਕਹਿੰਦੇ ਵੀ ਟਰੰਪ ਪ੍ਰਸ਼ਾਸਨ ਦੇ ਦੌਰਾਨ ਸਭ ਤੋਂ ਵੱਧ ਚੀਜ਼ਾਂ ਨੂੰ ਲੀਕ ਕਰਨ ਦੇ ਵਿੱਚ ਟਰੰਪ ਉਹਨਾਂ ਦਾ ਖੁਦ ਦਾ ਹੱਥ ਸੀਗਾ। ਇਹ ਇਹਨਾਂ ਦਾ ਹੁਣ ਇੱਕ ਨਵਾਂ ਦਾਅਵਾ ਆਇਆ ਆ। ਇੱਥੋਂ ਤੱਕ ਵੀ ਮਾਰਕ ਐਸਪਰ ਦਾਅਵਾ ਕਰ ਰਹੇ ਆ ਵੀ ਉਹਨਾਂ ਨੂੰ ਕਿਹਾ ਗਿਆ ਸੀ ਜਿਹੜਾ ਅਲੈਗਜ਼ੈਂਡਰ ਵਿੰਡਮੈਨ ਜਿਹੜਾ ਇੰਪੀਚਮੈਂਟ ਦਾ ਵਿਟਨੈਸ ਸੀਗਾ, ਯੂਕਰੇਨ ਨੂੰ ਸਹਾਇਤਾ ਦੇਣ ਤੋਂ ਇਨਕਾਰ ਕੀਤਾ। ਉਸ ਟਾਈਮ ਦੇ ਉੱਤੇ ਟਰੰਪ ਹੁਣਾਂ ਨੇ ਜ਼ੈਲੈਂਸਕੀ ਨੂੰ ਕਿਹਾ ਸੀਗਾ ਵੀ ਤੈਨੂੰ ਸਹਾਇਤਾ ਜਿਹੜੀ ਆਰਥਿਕ ਆ ਉਹ ਤਾਂ ਦੇਣੀ ਆ ਜੇ ਮੇਰੇ ਵਿਰੋਧੀਆਂ ਖਿਲਾਫ ਤੂੰ ਕੁਛ ਸਬੂਤ ਜਿਹੜੇ ਆ ਉਹ ਦਵੇਂ। ਉਦੋਂ ਉਹਨੇ ਨਾ ਕਰ ਦਿੱਤੀ ਤੇ ਫਿਰ ਮਸਲਾ ਜਿਹੜਾ ਇੰਪੀਚਮੈਂਟ ਤੱਕ ਗਿਆ ਸੀ। ਮਾਰਕ ਐਸਪਰ ਨੇ ਇਹ ਦਾਅਵਾ ਕੀਤਾ ਆ ਵੀ ਕਿਸ ਤਰੀਕੇ ਦੇ ਨਾਲ ਟਰੰਪ ਵਾਈਟ ਹਾਊਸ ਇਹ ਚਰਚਾਵਾਂ ਕਰਦੇ ਰਹੇ ਵੀ ਜਿਹੜਾ ਲੈਫਟੀਨੈਂਟ ਕਰਨਲ ਅਲੈਗਜ਼ੈਂਡਰ ਵਿੰਡਮੈਨ ਆ ਉਹਨੂੰ ਕਿਸ ਤਰੀਕੇ ਦੇ ਨਾਲ ਪਨਿਸ਼ ਕੀਤਾ ਜਾਵੇ। ਸੋ ਮਾਰਕ ਐਸਪਰ ਦੇ ਇਹ ਜਿਹੜੇ ਨਵੇਂ ਦਾਅਵੇ ਆ ਹੋਰ ਨਵੇਂ ਵਿਵਾਦਾਂ ਨੂੰ ਜਿਹੜਾ ਉਹ ਜਨਮ ਦੇ ਰਹੇ ਆ। ਤੇ ਕਿਤੇ ਨਾ ਕਿਤੇ ਇਹ ਵੀ ਹਰਜੋਤ ਸਿੰਘ ਜੀ ਨਾਲ ਦੇ ਨਾਲ ਇਹ ਵੀ ਹੁੰਦਾ ਆ ਵੀ ਲੋਕਾਂ ਨੇ ਕਿਤਾਬ ਵੇਚਣ ਦੇ ਲਈ ਕਈ ਗੱਲਾਂ ਇਸ ਦੇ ਵਿੱਚ ਲਿਖੀਆਂ ਵੀ ਹੁੰਦੀਆਂ ਵੀ ਕਈਆਂ ਵੀ ਹੁੰਦੀਆਂ ਆ, ਪਰ ਐਡੇ ਵੱਡੇ ਅਹੁਦੇ ਦੇ ਉੱਤੇ ਆ ਕੇ ਉੱਥੋਂ ਨਿਕਲ ਕੇ ਤੇ ਹੁਣ ਇਹ ਜਿਹੜੀਆਂ ਦਾਅਵੇ ਕਰਨੇ ਆ ਇਹ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਖੁਦ ਵੀ ਆ ਤੇ ਟਰੰਪ ਹੁਣਾਂ ਦੇ ਕਾਰਜਕਾਲ ਦੇ ਇਹਨਾਂ ਮਸਲਿਆਂ ਨੂੰ ਫਿਰ ਉਛਲ ਰਹੇ ਆ। ਜੀ, ਅਗਲੀ ਖਬਰ ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਪਈ ਓਵਰਡੋਜ਼ ਦੇ ਨਾਲ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਲੋਕ ਫੈਂਟਲਿਨ ਤੇ ਮੈਥ ਯੂਜ਼ ਕਰਦੇ ਆ। 15% ਮੌਤਾਂ ਦੀ ਗਿਣਤੀ ਸਨ 2021 ਦੇ ਵਿੱਚ ਇਨਕਰੀਜ਼ ਹੋਈ ਆ। ਟੋਟਲ 1,08,000 ਦੇ ਕਰੀਬ ਮੌਤਾਂ ਫੈਂਟਲਿਨ ਯੂਜ਼ ਕਰਨ ਦੇ ਨਾਲ ਹੋਈਆਂ। ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਨੇ ਇਹ ਕੱਲ ਦੱਸਿਆ ਹੈਗਾ। ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਜੇ ਦੇਖਦੇ ਜਾਈਏ ਸਨ 2011 ਦੇ ਵਿੱਚ 25,000 ਦੇ ਕਰੀਬ ਲੋਕਾਂ ਦੀਆਂ ਮੌਤਾਂ ਫੈਂਟਲਿਨ ਤੇ ਮੈਥ ਯੂਜ਼ ਦੇ ਨਾਲ ਹੋਈਆਂ ਸੀਆਂ, ਜਿਹੜੀਆਂ ਹੁਣ ਵੱਧ ਕੇ ਹਰ ਸਾਲ 1 ਲੱਖ ਤੋਂ ਉੱਪਰ ਹੋ ਗਈਆਂ। ਸੋ ਇਹ ਬਹੁਤ ਵੱਡਾ ਨੰਬਰ ਹੈਗਾ। ਇਹਦੇ ਉੱਤੇ ਮਿਲੀਅਨਸ ਆਫ ਡਾਲਰ ਗਵਰਨਮੈਂਟ ਨੇ ਸਪੈਂਡ ਵੀ ਕੀਤੇ ਆ। ਮਿਡ ਵੈਸਟ ਜਿਹੜੀਆਂ ਸਟੇਟਸ ਆ ਉੱਥੇ ਇਹ ਜਿਹੜਾ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਫੈਂਟਲਿਨ ਤੇ ਮੈਥ ਯੂਜ਼ ਦੀ। ਤੇ ਵਾਈਟ ਹਾਊਸ ਨੇ ਪਿਛਲੇ ਹਫ਼ਤਿਆਂ ਦੇ ਵਿੱਚ ਇਹ ਵੀ ਅਨਾਉਂਸ ਕੀਤਾ ਸੀ ਵੀ ਉਹ ਇੱਕ ਨੈਸ਼ਨਲ ਡਰੱਗ ਕੰਟਰੋਲ ਸਟ੍ਰੈਟਜੀ ਤੇ ਪਲਾਨ ਜਿਹੜੀ ਆ ਅਨਾਉਂਸ ਕਰਨ ਜਾ ਰਹੇ ਆ। ਕਿਸ ਤਰ੍ਹਾਂ ਮੈਥ ਯੂਜ਼ ਨੂੰ ਉਹਦੇ ਤੇ ਕੰਟਰੋਲ ਕੀਤਾ ਜਾਵੇ। ਇਹ ਇੱਕ ਡਰੱਗਸ ਰਾਹੁਲ ਗੁਪਤਾ ਹੈਗੇ ਆ, ਉਹ ਮੈਡੀਕਲ ਡਾਕਟਰ ਆ ਜਿਹੜੇ ਵਾਈਟ ਹਾਊਸ ਦੇ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ ਨੂੰ ਦੇਖਦੇ ਹੈਗੇ ਆ। ਜੀ, ਇੰਟੀਰੀਅਰ ਡਿਪਾਰਟਮੈਂਟ ਨੇ ਦਸਤਾਵੇਜ਼ੀ ਰੂਪ ਦੇ ਵਿੱਚ ਇਹ ਮੰਨਿਆ ਆ ਵੀ ਜਿਹੜੇ ਮੂਲ ਨਿਵਾਸੀਆਂ ਦੇ ਘੱਟੋ ਘੱਟ 500 ਮੌਤਾਂ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਆ ਉਹਨਾਂ ਸਕੂਲਾਂ ਦੇ ਵਿੱਚ ਇੰਡੀਅਨ ਬੋਰਡਿੰਗ ਸਕੂਲਾਂ ਦੇ ਵਿੱਚ ਜਿਹੜੇ ਆਈਦਰ US ਸਰਕਾਰ ਦੇ ਦੁਆਰਾ ਜਾਂ ਉਹਨਾਂ ਦੀ ਸਪੋਰਟ ਦੇ ਨਾਲ ਚਲਾਏ ਜਾ ਰਹੇ ਸੀਗੇ। ਜਿਹੜੇ ਕਹਿੰਦੇ ਵੀ ਇੰਟੀਰੀਅਰ ਡਿਪਾਰਟਮੈਂਟ ਦੀ ਰਿਪੋਰਟ ਆ ਉਹ ਅੱਜ ਨਸ਼ਰ ਹੋਈ ਆ। ਰਿਪੋਰਟ ਦੇ ਮੁਤਾਬਕ 400 ਤੋਂ ਵੱਧ ਸਕੂਲਾਂ ਦੇ ਵਿੱਚ ਆਇਡੈਂਟੀਫਾਈ ਉਹ ਕੀਤੇ ਗਏ ਆ ਤੇ 50 ਤੋਂ ਵੱਧ ਗ੍ਰੇਵ ਸਾਈਟ ਜਿੱਥੇ ਇਹਨਾਂ ਨਿਆਣਿਆਂ ਨੂੰ ਦਫਨਾਇਆ ਗਿਆ ਆ ਉਹ ਲੱਭੀਆਂ ਨੇ। ਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਜ਼ਿਕਰ ਆ ਵੀ ਸ਼ਾਇਦ ਹੋਰ ਗ੍ਰੇਵ ਸਾਈਟਸ ਜਿੱਥੇ ਮਰੇ ਬੱਚਿਆਂ ਦੀਆਂ ਲਾਸ਼ਾਂ ਦਫਨਾਈਆਂ ਗਈਆਂ ਆ
ਉਹ ਲੱਭ ਸਕਦੀਆਂ ਆ। ਇਹ ਰਿਪੋਰਟ ਪਹਿਲੀ ਵਾਰੀ ਯੂਐਸ ਦੇ ਇਤਿਹਾਸ ਦੇ ਵਿੱਚ ਆਈ ਆ ਵੀ ਗਵਰਨਮੈਂਟ ਦੇ ਦੁਆਰਾ ਇਸ ਰਿਸਰਚ ਨੂੰ ਕੀਤਾ ਗਿਆ ਹੋਵੇ, ਘੋਖ ਜਿਹੜੀ ਉਹ ਕੀਤੀ ਗਈ ਹੋਵੇ ਤੇ ਇਹ ਮੰਨਿਆ ਗਿਆ ਹੋਵੇ ਵੀ ਮੂਲ ਨਿਵਾਸੀਆਂ ਦੇ ਬੱਚਿਆਂ ਦੇ ਨਾਲ ਦਹਾਕਿਆਂ ਬੱਧੀ ਇਹ ਕੁਛ ਕੀਤਾ ਜਾਂਦਾ ਰਿਹਾ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਵੀ ਇੱਦਾਂ ਦੀਆਂ ਖਬਰਾਂ ਆਪਣੇ ਸਾਹਮਣੇ ਆਈਆਂ ਸੀ ਵੀ ਕਿਸ ਤਰੀਕੇ ਦੇ ਨਾਲ ਉੱਥੇ ਮੂਲ ਨਿਵਾਸੀਆਂ ਨੂੰ ਜਿੱਥੇ ਪੜ੍ਹਾਇਆ ਜਾਂਦਾ ਸੀ ਸਕੂਲਾਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਨੂੰ ਦਫਨਾਉਂਦੇ ਰਹੇ ਆ। ਖਾਸ ਕਰਕੇ ਉਦੋਂ ਚਿੰਤਾ ਇਹ ਸੀਗੀ ਵੀ ਇਹ ਬੱਚੇ ਤਕਰੀਬਨ ਉਹ ਹੋ ਸਕਦੇ ਆ ਜਿਹੜੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆ ਕੇ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਆ। ਇਹ ਵੀ ਜ਼ਿਕਰਯੋਗ ਗੱਲ ਆ ਵੀ ਜਿਹੜੇ ਸਾਡੇ ਇੰਟੀਰੀਅਰ ਸੈਕਟਰੀ ਡੈਬ ਹੈਲੈਂਡ ਆ, ਇਹ ਵੀ ਪਹਿਲੀ ਵਾਰੀ ਮੂਲ ਨਿਵਾਸੀਆਂ ਦੇ ਵਿੱਚੋਂ ਇੱਕ ਜਿਹੜੀ ਟਰਾਈਬ ਆ ਉਹਨਾਂ ਦੀ ਸਕੱਤਰ ਨੂੰ ਜਿਹੜਾ ਆ ਉਹ ਲਾਇਆ ਗਿਆ ਹੈਗਾ ਆ। ਸੋ ਇਹ ਇੱਕ ਹਰਜੋਤ ਸਿੰਘ ਜੀ ਨਵੀਂ ਚਰਚਾ ਜਿਹੜੀ ਉਹ ਇਸ ਟਾਈਮ ਛੇੜ ਚੁੱਕੀ ਆ ਇਸ ਰਿਪੋਰਟ ਦੇ ਨਾਲ ਵੀ 500 ਬੱਚਿਆਂ ਦੀਆਂ ਜਿਹੜੀਆਂ ਮੌਤਾਂ ਆ ਉਹ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਆ। 19 ਫੈਸਿਲਿਟੀਜ਼, ਸਿਰਫ 19 ਫੈਸਿਲਿਟੀਜ਼ ਦੇ ਰੈਕਰਡਸ ਆ ਉਹਨਾਂ ਨੂੰ ਦੇਖ ਕੇ। ਸੋ 400 ਤੋਂ ਵੱਧ ਸਕੂਲ ਇੱਦਾਂ ਦੇ ਇੰਡੀਅਨ ਬੋਰਡਿੰਗ ਸਕੂਲ ਜਿਹੜੇ ਉਹ ਰਨ ਕੀਤੇ ਜਾਂਦੇ ਆ ਜਾਂ ਉਹਨਾਂ ਸਰਕਾਰ ਦੀ ਮਦਦ ਨਾਲ ਰਨ ਕੀਤੇ ਗਏ ਆ ਤੇ ਇਨਵੈਸਟੀਗੇਸ਼ਨ ਕਹਿੰਦੇ ਆ ਵੀ ਅੱਗੇ ਚੱਲਦੀ ਰਹੇਗੀ ਤੇ ਇਹ ਆંકੜਾ ਕਹਿੰਦੇ ਆ ਵੀ ਹੋਰ ਵੀ ਉੱਤੇ ਨੂੰ ਜਾ ਸਕਦਾ ਆ। ਕਈ ਤਾਂ ਇਹ ਦਾਅਵਾ ਕਰਦੇ ਆ ਵੀ 40,000 ਤੱਕ ਮੌਤਾਂ ਜਿਹੜੀਆਂ ਆ ਉਹ ਬੱਚਿਆਂ ਦੀਆਂ ਜਿਹੜੀਆਂ ਹੋਈਆਂ ਹੋ ਸਕਦੀਆਂ ਆ ਅਜਿਹੇ ਸਕੂਲਾਂ ਦੇ ਵਿੱਚ ਮੂਲ ਨਿਵਾਸੀਆਂ ਦੇ ਬੱਚਿਆਂ ਦੀਆਂ। ਜੀ, ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਕਹਿੰਦੇ ਵੀ ਇਹ ਲੱਗਦਾ ਤਾਂ ਇਦਾਂ ਆ ਵੀ ਜਿੱਦਾਂ ਕੋਈ ਹਾਲੀਵੁੱਡ ਦੀ ਸਟੋਰੀ ਹੋਵੇ, ਪਰ ਇਹ ਰੀਅਲ ਲਾਈਫ ਸਟੋਰੀ ਆ। ਫਲੋਰੀਡਾ ਦੇ ਵਿੱਚ ਇੱਕ ਛੋਟਾ ਜਹਾਜ਼ ਲੈ ਕੇ 2 ਜਣੇ ਜਾ ਰਹੇ ਸੀ, ਜਿਹਦੇ ਵਿੱਚ ਜਿਹੜਾ ਪਾਇਲਟ ਆ ਉਹ ਬਿਮਾਰ ਹੋ ਗਿਆ, ਇਨਕੈਪੈਸੀਟੇਟਡ ਹੋ ਗਿਆ ਮੈਡੀਕਲ ਐਮਰਜੈਂਸੀ ਕਰਕੇ, ਤੇ ਜਿਹੜਾ ਪੈਸੇਂਜਰ ਸੀ ਉਸਨੇ ਏਅਰ ਕੰਟਰੋਲਰ ਜਿਹੜਾ ਆ ਉੱਥੇ ਉਹਨੂੰ ਦੱਸਿਆ ਵੀ ਜਿਹੜਾ ਪਾਇਲਟ ਸਾਹਿਬ ਤਾਂ ਬਿਮਾਰ ਹੋ ਗਏ ਆ ਤੇ ਹੁਣ ਮੈਨੂੰ ਤਾਂ ਪਤਾ ਨਹੀਂ ਵੀ ਕਿਸ ਤਰ੍ਹਾਂ ਜਿਹੜਾ ਪਲੇਨ ਆ ਉਸਨੂੰ ਤਾਰੀ ਦਾ ਮਿਡ ਫਲਾਈਟ ਐਮਰਜੈਂਸੀ ਆ। ਤੇ ਕਹਿੰਦੇ ਜਦੋਂ ਫਿਰ ਏਅਰ ਕੰਟਰੋਲਰ ਨੇ ਉਹਨੂੰ ਦੱਸਿਆ ਵੀ ਬੜਾ ਸਾਹ ਲੈ ਸੌਖਾ, ਤੇ ਉਸਨੇ ਪੂਰਾ ਉਸਨੂੰ ਗਾਈਡ ਕੀਤਾ ਵੀ ਕਿਸ ਤਰ੍ਹਾਂ ਵਿੰਗਸ ਨੂੰ ਕੰਟਰੋਲ ਕਰਨਾ ਆ। ਕਹਿੰਦੇ 5000 ਫੁੱਟ ਦੀ ਉਚਾਈ ਦੇ ਉੱਤੇ ਉਸ ਟਾਈਮ ਦੇ ਉੱਤੇ ਜਿਹੜਾ ਪਲੇਨ ਸੀਗਾ, ਉਸ ਪੈਸੇਂਜਰ ਨੇ ਜਿਹੜਾ ਪਲੇਨ ਆ ਉਹ ਏਅਰ ਟ੍ਰੈਫਿਕ ਕੰਟਰੋਲਰ ਦੀ ਮਦਦ ਨਾਲ ਬੜੀ ਸੇਫਲੀ ਜਿਹੜਾ ਉਤਾਰ ਦਿੱਤਾ। ਬਾਅਦ ਦੇ ਵਿੱਚ ਜਿਹੜਾ ਪਾਇਲਟ ਆ ਉਸ ਨੂੰ ਹਸਪਤਾਲ ਲਿਜਾਇਆ ਗਿਆ। ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ, ਇਹ 3 ਮੇਜਰ ਏਅਰਪੋਰਟਸ ਆ ਮਿਆਮੀ ਏਰੀਆ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਏਅਰਪੋਰਟ ਆ ਜਿੱਥੇ ਇਸ ਜਹਾਜ਼ ਨੂੰ ਉਤਾਰਿਆ ਗਿਆ। ਤੇ ਜਦੋਂ ਉਹ ਥੱਲੇ ਉਤਰ ਗਿਆ ਤੇ ਉਸ ਏਅਰ ਟ੍ਰੈਫਿਕ ਕੰਟਰੋਲਰ ਨੇ ਕਿਹਾ ਕੂਡੋਜ਼ ਟੂ ਦਾ ਨਿਊ ਪਾਇਲਟ, ਤੇ ਨਵੇਂ ਪਾਇਲਟ ਨੂੰ ਬਹੁਤ-ਬਹੁਤ ਵਧਾਈਆਂ। ਤੇ ਅਥਾਰਟੀਜ਼ ਨੇ ਬਾਕੀ ਹੋਰ ਵੀ ਜਿਹੜੇ ਉਸ ਏਰੀਏ ਦੇ ਵਿੱਚ ਫਲਾਈ ਕਰ ਰਹੇ ਸੀ ਪਲੇਨ ਪਾਇਲਟਸ, ਤੇ ਉਹ ਸਾਰੇ ਕਹਿੰਦੇ ਵੀ ਤਾੜੀਆਂ ਮਾਰ ਕੇ ਉਹਦਾ ਜਿਹੜਾ ਸਵਾਗਤ ਕੀਤਾ ਵੀ ਦੇਖੋ ਜਿਸ ਬੰਦੇ ਨੇ ਕਦੇ ਪਾਇਲਟ ਦਾ ਐਕਸਪੀਰੀਅੰਸ ਨਹੀਂ ਲਿਆ, ਲਾਇਸੈਂਸ ਨਹੀਂ ਲਿਆ, ਉਹ ਵੀ ਕਾਮਯਾਬ ਹੋ ਗਿਆ ਪਲੇਨ ਨੂੰ ਉਤਾਰਨ ਦੇ ਵਿੱਚ। ਜੀ ਜਾਖੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਸੋ ਬਹੁਤ ਵਧੀਆ ਜਿਹੜੀ ਗੱਲ ਜਿੱਦਾਂ ਤੁਸੀਂ ਕਿਹਾ ਵੀ ਇਹ ਨਾਟਕੀ ਘਟਨਾਕ੍ਰਮ ਦੇ ਵਿੱਚ ਇਵੈਂਚੁਅਲੀ ਸਾਰੇ ਜਾਣਿਆਂ ਦਾ ਇਹ ਬਚਾਅ ਹੋ ਗਿਆ। ਤੇ ਚਲੋ ਹੁਣ ਉਹਨੂੰ ਐਜ਼ ਏ ਪਾਇਲਟ ਆਪਣੇ ਕਰੀਅਰ ਨੂੰ ਜਿਹੜਾ ਜ਼ਰੂਰ ਦੇਖ ਲੈਣਾ ਚਾਹੀਦਾ ਆ ਵੀ ਚੱਲ ਕੋਈ ਨਹੀਂ ਜੇ ਆਹ ਕਰ ਸਕਦੇ ਹਾਂ ਤਾਂ ਅੱਗੇ ਵੀ ਕਰ ਲਾਂਗੇ। ਇਹ ਸੈਸਨਾ ਕਾਰਵਾਂ ਜਿਹੜਾ ਇਹ ਜਹਾਜ਼ ਸੀਗਾ, ਛੋਟਾ ਜਹਾਜ਼ ਹੁੰਦਾ ਹੈ, ਇੰਨਾ ਵੱਡਾ ਨਹੀਂ, ਪਰ ਫਿਰ ਵੀ ਬੰਦਾ ਨਰਵਸ ਹੋ ਜਾਂਦਾ ਆ, ਇੰਨਾ ਜ਼ਿਆਦਾ ਦਬਾਅ ਬੰਦੇ ਦੇ ਉੱਤੇ ਆ ਜਾਂਦਾ ਆ। ਸੋ ਫਿਰ ਵੀ ਬਹੁਤ ਵਧੀਆ ਜਿਹੜਾ ਕੰਮ ਆ ਇਸ ਬੰਦੇ ਨੇ ਕੀਤਾ ਆ ਤੇ ਲੋਕਾਂ ਦੀ ਤੇ ਆਪਣੀ ਤੇ ਬਾਕੀ ਸਾਰਿਆਂ ਦੀ ਸਵਾਰਾਂ ਦੀ ਜਿਹੜੀ ਉਸ ਦੇ ਵਿੱਚ ਇਸਨੇ ਜਾਨ ਬਚਾਈ ਹੈਗੀ ਆ। ਤੇ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਆਉਂਦੇ ਹਾਂ ਤੇ ਸੁਣਦੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਜੀ।
Punjabi Radio USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ ਯੂਐਸਏ ਨੇ ਮੁਕਾ ਦਿੱਤਾ ਹੈ ਨਾ। ਉਹ ਕਿਦਾਂ? ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ ਯੂਐਸਏ ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ ਯੂਐਸਏ ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082722500 4082725200। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408-272-2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਚੱਲ ਰਿਹਾ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ।
ਤੇ ਅਗਲੀਆਂ ਕੁਝ ਖਬਰਾਂ ਵੱਲ ਚੱਲੀਏ। ਟੋਯੋਟਾ ਵਾਲਿਆਂ ਨੇ ਆਪਣੀ ਪ੍ਰੋਡਕਸ਼ਨ ਪਲਾਨ ਜਿਹੜੀ ਆ ਉਹ ਸਸਪੈਂਡ ਕਰ ਦਿੱਤੀ ਹੈ। ਕੁਛ ਕੁ ਡੋਮੈਸਟਿਕ ਆਪਰੇਸ਼ਨ ਚਾਈਨਾ ਦੇ ਵਿੱਚ ਕੋਵਿਡ ਨੂੰ ਲੈ ਕੇ ਕਹਿੰਦੇ ਉੱਥੇ ਬਹੁਤ ਕੁਝ ਸ਼ਟਡਾਊਨ ਹੈਗਾ। ਤੇ ਜੇ ਟੋਯੋਟਾ ਦੀ ਟੈਸਲਾ ਵਾਲਿਆਂ ਨੇ ਤਾਂ ਆਲਰੇਡੀ ਆਪਣਾ ਆਪਰੇਸ਼ਨ ਸਾਰਾ ਸ਼ੰਘਾਈ ਦੇ ਵਿੱਚ ਬੰਦ ਕਰ ਦਿੱਤਾ ਹੈਗਾ। ਤੇ ਜੇ ਟੈਸਲਾ ਦੀ ਗੱਲ ਟੋਯੋਟਾ ਦੀ ਗੱਲ ਕਰਦੇ ਜਾਈਏ, ਟੋਯੋਟਾ ਦੇ ਪ੍ਰੋਫਿਟ 20% ਜਿਹੜੇ ਘਟ ਗਏ ਹੈਗੇ ਆ। ਇਹ ਉਹਨਾਂ ਨੇ ਸਾਰਾ ਕੁਝ ਰਾ ਮਟੀਰੀਅਲ ਕਾਸਟ ਦੇ ਉੱਤੇ ਦੱਸਿਆ ਹੈ, ਕਿਉਂਕਿ ਕਾਰਾਂ ਬਣਾਉਣ ਦੇ ਲਈ ਜਿਹੜਾ ਮਟੀਰੀਅਲ ਆ ਉਹ ਇੰਨਾ ਜ਼ਿਆਦਾ ਮਹਿੰਗਾ ਹੋ ਗਿਆ ਤੇ ਉਹਦੇ ਨਾਲ ਕਹਿੰਦੇ ਵੀ 20% ਦੇ ਕਰੀਬ ਜਿਹੜਾ ਰਾ ਮਟੀਰੀਅਲ ਕਾਸਟ ਵਧੀ ਆ ਤੇ ਪ੍ਰੋਫਿਟ ਉਹਨਾਂ ਦਾ ਜਿਹੜਾ ਆ 33% ਚੌਥੇ ਕੁਆਰਟਰ ਦੇ ਵਿੱਚ ਘਟਿਆ ਹੈਗਾ। ਸੋ ਇਹ ਤੋਂ ਲੱਗਦਾ ਆ ਵੀ ਆਉਣ ਵਾਲੇ ਸਮੇਂ 'ਚ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਜ਼ਰੂਰ ਹੋਰ ਵਾਧਾ ਹੋ ਸਕਦਾ ਹੈ। ਅਗਲੀ ਗੱਲ ਕਰੀਏ, ਲੇਕ ਟਾਹੋ ਦੇ ਵਿੱਚ ਕਲੀਨ ਅਪ ਦਾ ਲੇਕ ਇੱਕ ਕੋਸ਼ਿਸ਼ ਸ਼ੁਰੂ ਕੀਤੀ ਗਈ ਸੀਗੀ ਵੀ ਜਿਹੜੀ ਗੰਦਗੀ ਫੈਲੀ ਹੈਗੀ ਆ ਲੇਕ ਟਾਹੋ ਦੇ ਵਿੱਚ ਉਸ ਨੂੰ ਕੱਢਿਆ ਜਾਵੇ। ਕਹਿੰਦੇ ਵੀ 1 ਸਾਲ ਇਹ ਪੂਰਾ ਮਿਸ਼ਨ ਚੱਲਿਆ ਆ। 14 ਮਈ 2021 ਨੂੰ ਇਸ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਵਿੱਚ ਸਕੂਬਾ ਡਾਈਵਰਸ ਦੇ ਦੁਆਰਾ ਛਾਲਾਂ ਮਾਰੀਆਂ, ਚੁੱਭੀਆਂ ਮਾਰ ਕੇ ਥੱਲੋਂ ਗੰਦਗੀ ਜਿਹੜੀ ਉਹ ਕੱਢੀ ਗਈ। ਕਹਿੰਦੇ ਵੀ 81 ਵਾਰੀ ਇਹਨਾਂ ਨੇ ਡਾਈਵਸ ਇਸ ਦੇ ਵਿੱਚ ਕੀਤੀਆਂ। 24,797 ਜਿਹੜੇ ਟਰੈਸ਼ ਦੇ ਪੀਸ ਆ ਉਹ ਇਸ ਦੇ ਵਿੱਚੋਂ ਕੱਢੇ। 25,000 ਪਾਊਂਡ ਤੋਂ ਵੱਧ ਜਿਹੜੇ ਕਹਿੰਦੇ ਵੀ ਗੰਦਗੀ ਆ ਟਾਹੋ ਲੇਕ ਦੇ ਵਿੱਚੋਂ ਕੱਢੀ ਗਈ ਹੈਗੀ ਆ। ਸੋ ਜਿਹੜੇ ਡਾਈਵਰਸ ਨੇ ਇਸ ਦੇ ਵਿੱਚ ਹਿੱਸਾ ਲਿਆ, ਗੋਤੇਖੋਰਾਂ ਨੇ, ਉਹ ਕਹਿੰਦੇ ਵੀ 1 ਸਾਲ ਤੱਕ ਐਵਰੀ ਡੇ ਕੋਸ਼ਿਸ਼ ਸੀਗੀ ਵੀ ਅਸੀਂ ਵੱਧ ਤੋਂ ਵੱਧ ਡਾਈਵਸ ਕਰਕੇ ਕੀਤਾ ਜਾਵੇ। 72 ਮੀਲ ਦੇ ਇਸ ਇਲਾਕੇ ਦੇ ਵਿੱਚ ਇਹਨਾਂ ਨੇ 81 ਵਾਰ ਜਿਹੜੀਆਂ ਗੋਤਾਖੋਰਾਂ ਨੇ ਜਿਹੜੀਆਂ ਇਹ ਚੁੱਭੀਆਂ ਮਾਰੀਆਂ ਹੈਗੀਆਂ ਆ। ਸੋ ਇਸ ਦੇ ਨਾਲ ਆਪਾਂ ਜਿਹੜਾ ਹਰਜੋਤ ਸਿੰਘ ਜੀ ਹੁਣ ਇਹ ਦੇਖ ਰਹੇ ਇੱਥੇ, ਤੇ ਚਲੋ ਇਹਨਾਂ ਨੇ ਚੁੱਭੀਆਂ ਮਾਰ ਕੇ ਸਫਾਈ ਜਿਹੜੀ ਉਹ ਕੀਤੀ ਆ। ਹੁਣ ਜਿਹੜੀਆਂ ਬਾਕੀ ਰੈਜ਼ਰਵਾਇਰਸ ਆ, ਲੇਕਸ ਆ, ਜਿੱਥੇ ਪਾਣੀ ਵੈਸੇ ਘਟਿਆ ਆ, ਉੱਥੇ ਵੀ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਲੱਭ ਰਹੀਆਂ ਨੇ। ਅਮੂਮਨ ਹੋ ਹੀ ਜਾਂਦਾ ਹੈ, ਕੋਈ ਉੱਥੇ ਜਾਂਦਾ ਹੋਵੇ ਜੀ ਕਿਸ਼ਤੀ ਦੇ ਵਿੱਚ, ਬੋਟ ਦੇ ਵਿੱਚ, ਕਈ ਵਾਰੀ ਕਿਸੇ ਦਾ ਕੁਝ ਡਿੱਗ ਜਾਂਦਾ ਆ ਤੇ ਕਈ ਵਾਰੀ ਕੋਈ ਜਾਣ ਕੇ ਵੀ ਸਿੱਟ ਜਾਂਦੇ ਆ। ਸੋ ਸਫਾਈ ਦਾ ਕੰਮ ਇਹਨਾਂ ਨੇ 1 ਸਾਲ ਜਿਹੜਾ ਟਾਹੋ ਦੇ ਵਿੱਚ ਚਲਾਇਆ। ਜੀ, ਅਗਲੀ ਖਬਰ ਇਜ਼ਰਾਈਲ ਤੇ ਵੈਸਟ ਬੈਂਕ ਤੋਂ ਆ ਰਹੀ ਆ। ਇੱਕ ਐਲ ਜਜ਼ੀਰਾ ਦੀ ਰਿਪੋਰਟਰ, ਬਹੁਤ ਮਸ਼ਹੂਰ ਰਿਪੋਰਟਰ ਆ, ਸ਼ਰੀਨ ਅਬੂ ਅਕਲੇ, ਉਹ ਜਿਹੜੀ ਆ ਫਲਸਤੀਨੀ ਏਰੀਆ ਦੇ ਵਿੱਚ ਇਜ਼ਰਾਈਲ ਦੀ ਮਿਲਟਰੀ ਦਾ ਜੋ ਰੇਡਸ ਹੁੰਦੀਆਂ ਵੈਸਟ ਬੈਂਕ ਦੇ ਵਿੱਚ ਉਸ ਨੂੰ ਕਵਰ ਕਰ ਰਹੀ ਸੀ, ਜਿੱਥੇ ਉਸ ਦੀ ਜਿਹੜੀ ਆ ਇੱਕ ਬੰਦੂਕ ਦੀ ਗੋਲੀ ਦੇ ਨਾਲ ਮੌਤ ਹੋ ਗਈ ਹੈਗੀ ਆ। ਪਹਿਲਾਂ ਤਾਂ ਇਜ਼ਰਾਈਲ ਦੀ ਆਰਮੀ ਨੇ ਇਹ ਕਿਹਾ ਵੀ ਉਹ ਸਾਡੇ ਰਾਹੀਂ ਨਹੀਂ ਮਾਰੀ ਗਈ, ਫਲਸਤੀਨੀਅਨ ਦੀ ਜਿਹੜੀ ਉਹਨਾਂ ਨੇ ਫਾਇਰ ਕੀਤੀ ਆ ਉਹਨਾਂ ਵੱਲੋਂ ਮਾਰੀ ਗਈ ਆ। ਪਰ ਬਾਅਦ ਦੇ ਵਿੱਚ ਇਜ਼ਰਾਈਲ ਆਰਮੀ ਦੇ ਚੀਫ ਲੈਫਟੀਨੈਂਟ ਜਨਰਲ ਅਵੀਵ ਕੋਚਾਵੀ, ਉਹਨਾਂ ਨੇ ਇਹ ਕਿਹਾ ਵੀ ਨਹੀਂ, ਇਹ ਸ਼ੋਰ ਨਹੀਂ ਹੈ ਕਿਸ ਤਰ੍ਹਾਂ ਉਹਦੀ ਮੌਤ ਹੋਈ ਆ, ਪਰ ਅਸੀਂ ਜਿਹੜੀ ਆ ਅਫਸੋਸ ਕਰਦੇ ਹੈਗੇ ਆ। ਸਰੋਤਿਆਂ ਨੂੰ ਦੱਸਦੀ ਜਾਈਏ, ਸ਼ਰੀਨ ਅਬੂ ਅਕਲੇ ਇਹ ਬਹੁਤ ਹੀ ਮਸ਼ਹੂਰ ਜਰਨਲਿਸਟ ਸੀ, ਅਮਰੀਕਾ ਦੀ US ਦੀ ਸਿਟੀਜ਼ਨ ਸੀ ਤੇ ਅੱਜ ਕੱਲ ਮਿਡਲ ਈਸਟ ਦੇ ਵਿੱਚ ਇਸ ਸਾਰੇ ਲੜਾਈ ਨੂੰ ਕਵਰ ਕਰ ਰਹੀ ਸੀ। ਸੋ ਈਵਨ ਵਾਈਟ ਹਾਊਸ ਨੇ ਵੀ ਜਿਹੜੀ ਸਟੇਟਮੈਂਟ ਉਸ ਦੇ ਹੱਕ ਦੇ ਵਿੱਚ ਜਾਰੀ ਕੀਤੀ ਆ ਵੀ ਇੱਕ ਤਰ੍ਹਾਂ ਦੇ ਨਾਲ ਫਰੀडम ਦੇ ਉੱਤੇ ਜਿਹੜਾ ਆ ਇਹ ਅਟੈਕ ਹੈਗਾ ਜੀ। ਟੈਸਲਾ ਦੀਆਂ 1,30,000 ਗੱਡੀਆਂ ਨੂੰ ਰੀਕਾਲ ਕੀਤਾ ਜਾ ਰਿਹਾ ਆ। ਕਹਿੰਦੇ ਵੀ ਟੱਚ ਸਕਰੀਨ ਬਲੈਂਕ ਹੋ ਸਕਦੀ ਆ। ਜਿਹੜੇ ਹਰਜੋਤ ਸਿੰਘ ਜੀ, ਟੈਸਲਾ ਨੇ ਪੂਰੇ US ਦੀ ਜਿਹੜੀ ਮਾਡਲ ਲਾਈਨਅਪ ਦੇ ਵਿੱਚੋਂ ਇਹਨਾਂ ਨੂੰ ਸੱਦਿਆ ਆ। ਕਹਿੰਦੇ ਵੀ ਇਹ ਓਵਰਹੀਟ ਹੋਣ ਕਰਕੇ ਇਸ ਤਰੀਕੇ ਨਾਲ ਹੋ ਸਕਦਾ ਹੈ। ਕੁਝ ਦਿਨ ਪਹਿਲਾਂ ਇੱਕ ਇੱਦਾਂ ਦੀ ਹੀ ਜਿਹੜੀ ਖਬਰ ਸਾਹਮਣੇ ਆਈ ਸੀ, ਇੱਕ ਬੰਦਾ ਉਹ ਕੁਝ ਕਰਨਾ ਚਾਹੁੰਦਾ ਸੀਗਾ ਪਰ ਉਹ ਟੋਟਲੀ ਉਸਦੀ ਗੱਡੀ ਇੱਕ ਹਿਸਾਬ ਦੇ ਨਾਲ ਫਰੀਜ਼ ਹੋ ਗਈ, ਟੱਚ ਸਕਰੀਨ ਜਿਹੜੀ ਉਹ ਫਰੀਜ਼ ਹੋ ਗਈ, ਉਹ ਕੁਝ ਵੀ ਜਿਹੜਾ ਉਹ ਨਹੀਂ ਕਰ ਪਾਇਆ। ਪਰ ਕਹਿੰਦੇ ਵੀ ਪਰ ਫਿਰ ਵੀ ਜਿਹੜਾ ਚਲੋ ਕਹਿ ਸਕਦੇ ਵੀ ਰੱਬ ਦੇ ਸ਼ੁਕਰ ਨਾਲ ਉਸਦਾ ਜਿਹੜਾ ਉਹ ਬਚਾਅ ਹੋ ਗਿਆ ਸੀਗਾ। ਸੋ ਇਹ ਰੀਕਾਲ ਮਾਡਲ ਐਸ ਸੈਡਾਨ, ਮਾਡਲ ਐਕਸ SUV 2021 ਤੇ 2022 ਦੀਆਂ ਜਿਹੜੀਆਂ ਆ ਉਹਨਾਂ ਦੇ ਲਈ, ਤੇ ਮਾਡਲ 3 ਜਿਹੜੀਆਂ ਕਾਰਸ ਤੇ ਮਾਡਲ Y ਜਿਹੜੇ SUVs ਆ ਉਹ 2022 ਵਾਲੀਆਂ, ਉਹਨਾਂ ਨੂੰ ਰੀਕਾਲ ਦੇ ਵਿੱਚ ਕਵਰ ਕੀਤਾ ਗਿਆ ਆ।
ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੇ ਦਸਤਾਵੇਜ਼ ਪੋਸਟ ਕੀਤੇ ਗਏ ਸੀ, ਉਹਨਾਂ ਨੇ ਜਿਹੜਾ ਇਹ ਦੱਸਿਆ ਆ ਵੀ ਫਾਸਟ ਚਾਰਜਿੰਗ ਦੇ ਪ੍ਰੋਸੈਸ ਦੇ ਦੌਰਾਨ ਜਿਹੜੇ ਸੈਂਟਰਲ ਪ੍ਰੋਸੈਸਿੰਗ ਕੰਪਿਊਟਰਸ ਆ ਉਹ ਸਹੀ ਕਹਿ ਲਓ ਵੀ ਠੰਡੇ ਨਹੀਂ ਹੁੰਦੇ, ਜਿਸ ਕਰਕੇ ਕੰਪਿਊਟਰ ਆਈਦਰ ਲੈਗ ਕਰ ਸਕਦੇ ਆ, ਪਿੱਛੇ ਰਹਿ ਸਕਦੇ ਆ, ਰੀਸਟਾਰਟ ਕਰ ਸਕਦੇ ਆ, ਤੇ ਸਕਰੀਨ ਟੋਟਲੀ ਜਿਹੜੀ ਉਹ ਬਲੈਂਕ ਆਊਟ ਕਰ ਸਕਦੀ ਆ, ਜਿਸ ਕਰਕੇ ਡਰਾਈਵਰ ਜਾਂ ਗੱਡੀ ਦਾ ਚਾਲਕ ਆ ਉਸ ਦਾ ਕੰਟਰੋਲ ਜਿਹੜਾ ਗਵਾਚ ਸਕਦਾ ਹੈ ਜਾਂ ਉਸ ਦੇ ਵਿੱਚ ਕੁਝ ਵੀ ਕਰਨ ਤੋਂ ਨਾਕਾਮਯਾਬ ਰਹੂਗਾ। ਇਸ ਤੋਂ ਪਹਿਲਾਂ ਵੀ 2021 ਦੇ ਵਿੱਚ ਵੀ ਇਹਨਾਂ ਨੇ 1,35,000 ਗੱਡੀਆਂ ਨੂੰ ਟੈਸਲਾ ਵਾਲਿਆਂ ਨੇ ਰੀਕਾਲ ਕੀਤਾ ਸੀਗਾ। ਜੀ, ਅਗਲੀ ਖਬਰ IRS ਦੇ ਆਡਿਟ ਦੇ ਸੰਬੰਧ ਦੇ ਵਿੱਚ ਆ। ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਮੁਤਾਬਕ ਕਹਿੰਦੇ ਪਈ ਜਿਹੜੇ ਲੋਕ ਗਰੀਬ ਹੈਗੇ ਆ ਉਹ 5 ਟਾਈਮ ਜ਼ਿਆਦਾ ਉਹਨਾਂ ਦਾ ਚਾਂਸ ਆ ਵੀ ਉਹਨਾਂ ਦਾ IRS ਦਾ ਟੈਕਸ ਰਿਟਰਨ ਆਡਿਟ ਹੋ ਜਾਵੇ। ਜਿਹੜੇ ਲੋਕਾਂ ਨੇ 25,000 ਤੋਂ ਥੱਲੇ ਇਨਕਮ ਆ ਉਹਨਾਂ ਦੇ ਮੁਤਾਬਕ ਇੱਕ ਡਾਟਾ ਇਕੱਠਾ ਕੀਤਾ ਗਿਆ ਟ੍ਰਾਂਜੈਕਸ਼ਨਲ ਰੈਕੋਰਡਸ ਐਕਸੈਸ ਕਲੀਅਰਿੰਗ ਹਾਊਸ ਵੱਲੋਂ, ਟਰੈਕ ਸਾਇਰਾਕਿਊਸ ਯੂਨੀਵਰਸਿਟੀ ਤੋਂ ਆ। ਉਹਨਾਂ ਨੇ ਕਿਹਾ ਵੀ ਜਿਹੜੇ ਲੋਕਾਂ ਦੀ ਇਨਕਮ 25,000 ਤੋਂ ਥੱਲੇ ਆ ਤੇ 1,000 ਦੇ ਪਿੱਛੇ 13 ਜਾਣਿਆਂ ਨੂੰ ਟੈਕਸ IRS ਵੱਲੋਂ ਆਡਿਟ ਕੀਤਾ ਗਿਆ, ਜਦ ਕਿ ਜਿਨ੍ਹਾਂ ਲੋਕਾਂ ਦੀ ਇਨਕਮ $25,000 ਤੋਂ ਉੱਪਰ ਆ ਉਹ 1,000 ਦੇ ਪਿੱਛੇ ਸਿਰਫ 2.6 ਬਣਦੇ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਲੋਕਾਂ ਦੀ ਇਨਕਮ ਘੱਟ ਹੁੰਦੀ ਆ ਉਹ ਬਹੁਤ ਛੇਤੀ ਕੋਸ਼ਿਸ਼ ਕਰਦੇ ਆ ਵੀ ਸਾਨੂੰ ਜਿਹੜਾ ਟੈਕਸ ਆ ਵਾਪਸ ਆਵੇ। ਨੈਚੁਰਲੀ ਉਹਨਾਂ ਨੂੰ ਵਾਪਸ ਵੀ ਕਾਫੀ ਆਉਂਦਾ ਹੈਗਾ ਕਿਉਂਕਿ ਉਹਨਾਂ ਦਾ ਇਨਕਮ ਘੱਟ ਹੁੰਦੀ ਆ, ਫੈਮਿਲੀ ਸਾਈਜ਼ ਵੱਡਾ ਆ, ਘੱਟ ਹੋਇਆ ਜਿਹੜਾ ਟੈਕਸ। ਤੇ ਪਰ ਇਹ ਜਿਹੜਾ ਡਾਟਾ ਆਇਆ ਹੈਗਾ ਆ ਬੜਾ ਇਹ ਸਰਪ੍ਰਾਈਜ਼ਿੰਗ ਆ। ਆਡਿਟ ਤਾਂ ਉਹ ਹੋਣੇ ਚਾਹੀਦੇ ਜਿਨ੍ਹਾਂ ਦੀ ਇਨਕਮ ਜ਼ਿਆਦਾ ਆ, ਪਰ ਜਿਨ੍ਹਾਂ ਦੀ ਲੋ ਇਨਕਮ ਆ ਉਹ ਆਡਿਟ ਹੋ ਰਿਹਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਦੇਖੋ ਵੀ ਕੀ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਕਰਦੇ ਆ ਤੇ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਾਂ ਦੱਸਦੇ ਜਾਈਏ ਵੀ ਆਪਣੇ ਨਾਲ ਜੁੜਨ ਜਾ ਰਹੇ ਨੇ ਮੋਹਨ ਸਿੰਘ ਚੀਮਾ ਜੀ, ਤੇ ਉਹ ਆਪਾਂ ਨੂੰ ਜਿਹੜੀ ਆ ਗੱਲਬਾਤ ਆ ਉਹ ਦੱਸਣਗੇ ਜੋ ਚੱਲ ਰਿਹਾ ਰੀਅਲ ਐਸਟੇਟ ਤੇ ਮਾਰਗੇਜ ਇੰਡਸਟਰੀ ਆ ਉਸ ਦੇ ਬਾਬਤ। ਤੇ ਮੋਹਨ ਸਿੰਘ ਚੀਮਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਇਹਨੂੰ ਸਵਾਗਤ ਹੈ ਮੋਹਨ ਸਿੰਘ ਚੀਮਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਵੀਰ ਭਾਜੀ, ਆਪ ਜੀ ਨੂੰ ਖਾਲਸਾ ਭਾਜੀ ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸੋ ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰੀਏ, ਤੁਸੀਂ ਪਲੀਜ਼ ਆਪਣੀਆਂ ਆਈਡੀ ਸ਼ੇਅਰ ਕਰ ਲਿਓ ਜੀ ਵੀਰ ਜੀ। ਸੋ ਜਿਹੜੀ ਸਾਡੀ ਲੋਨ ਨਾਲ ਜੁੜਦੀ ਆਈਡੀ ਹੈਗੀ ਜੀ ਜਨਰਲ ਮਾਰਗੇਜ ਨਾਲ, ਉਹ ਮੇਰੀ ਆਈਡੀ ਹੈਗੀ ਹੈ ਐਨਵੈਸ ਨੰਬਰ ਆਈਡੀ ਹੈਗੀ 698952 ਜੀ। ਜੀ। ਤੇ ਜਿਹੜੀ ਸਾਡੀ ਰੀਅਲ ਸਟੇਟ ਨਾਲ ਜੁੜਦੀ ਆਈਡੀ ਹੈਗੀ ਜੀ DRE ਨੰਬਰ ਹੈਗਾ ਉਹ ਹੈਗਾ 02067197 ਜੀ। ਸੋ ਗੱਲਬਾਤ ਮੋਹਨ ਚੀਮਾ ਜੀ ਸ਼ੁਰੂ ਕਰਦੇ ਜਾਈਏ। ਹਰ ਇੱਕ ਦੇ ਜ਼ੁਬਾਨ ਤੇ ਸਵਾਲ ਤਾਂ ਤਕਰੀਬਨ ਇਹੀ ਆ ਵੀ ਇੰਟਰਸਟ ਰੇਟ ਜਿਹੜੇ ਉਹ ਲਗਾਤਾਰ ਵੱਧ ਰਹੇ ਹੈਗੇ ਆ, ਕੀ ਜਿਹੜੀ ਜੀ ਸਥਿਤੀ ਹੈ ਇਸ ਦੀ ਕਿੱਧਰ ਵੱਲ ਨੂੰ ਇਹ ਜਿਹੜੇ ਜਾਣਗੇ ਜੀ ਹੋਰ? ਹਾਂਜੀ, ਸੋ ਦੇਖੋ ਜੀ, ਜਿੱਥੋਂ ਤੱਕ ਦੇ ਗਵਰਨਮੈਂਟ ਦਾ ਇਸ ਵੇਲੇ ਸਟੈਂਡ ਹੈਗਾ ਫੈਡ ਦਾ, ਉਹ ਹੀ ਹੈਗਾ ਵੀ ਉਹਨਾਂ ਨੇ ਕੰਟੀਨਿਊਸਲੀ ਇਸ ਰੇਟਸ ਨੂੰ ਕਦੋਂ ਵੀ ਵਧਾਉਣਾ ਹੀ ਹੈਗਾ। ਉਹਨਾਂ ਦੇ ਮਨ ਵਿੱਚ ਕੋਈ ਹੋਰ ਇਸ ਵੇਲੇ ਭਾਵੇਂ ਈਵਨ ਦੋ ਵੀ ਜਿਹੜੀ ਇਨਫਲੇਸ਼ਨ ਹੈਗੀ ਹੈ ਐਟ ਦਾ ਹਾਈਐਸਟ ਲੈਵਲ ਹੈਗੀ ਹੈ, ਕਈ ਸਰਕਾਰਾਂ ਡਰ ਜਾਂਦੀਆਂ ਇਸ ਚੀਜ਼ਾਂ ਤੋਂ, ਚਲੋ ਇਹਨੂੰ ਕਿਸ ਤਰ੍ਹਾਂ ਹੋਰ ਕੋਈ ਤਰੀਕਾ ਲੱਭੀਏ। ਇਹ ਤੇ ਕਹਿ ਲਓ ਵੀ ਹੁਣ ਦੇ ਆਰ ਸਟਿਫ, ਯਾਨੀ ਕਿ ਉਹ ਸਖਤ ਹੋ ਚੁੱਕੇ ਆ ਵੀ ਇਸ ਵੇਲੇ ਜਿਹੜਾ ਹਰ ਰੇਟ ਹੈਗਾ ਇਹਨੂੰ ਅਸੀਂ ਆਪਾਂ ਘਟਾਇਆ ਨਹੀਂ ਹੈਗਾ, ਇਹ ਕੰਟੀਨਿਊਸਲੀ ਵਧਾਉਣਗੇ। ਸੋ ਉਹਦੇ ਨਾਲ ਨਾਲ ਜਿਹੜੇ ਹੁਣ ਵਿਆਜ ਹੈਗੇ ਆ ਜਿਹੜੇ ਤੇ ਕੰਜ਼ਿਊਮਰ ਲੋਨਸ ਤੁਸੀਂ ਦੇਖ ਲਓ, ਕ੍ਰੈਡਿਟ ਕਾਰਡਸ, ਕਾਰ ਲੋਨਸ, ਈਵਨ ਦੋ ਟੂ ਦੀ ਸਰਟਨ ਐਕਸਟੈਂਟ ਜਿਹੜੀਆਂ ਮਾਰਗੇਜਸ ਹੈਗੀ ਨਾ, ਕਈ ਵਾਰੀ ਇਹਨਾਂ ਚੀਜ਼ਾਂ ਤੋਂ ਇੰਨੀਆਂ ਪ੍ਰਭਾਵਿਤ ਨਹੀਂ ਹੁੰਦੀਆਂ, ਪਰ ਲੇਕਿਨ ਮਾਰਗੇਜਸ ਦੇ ਉੱਪਰ ਮੈਂ ਦੇਖਿਆ ਸਭ ਤੋਂ ਜ਼ਿਆਦਾ ਇਫੈਕਟ ਪਿਆ ਜੀ ਇਸ ਵੇਲੇ। ਦੇ ਹੈਵ ਸਕਾਈ ਰਾਕਟਡ ਐਟ ਦਿਸ ਪੁਆਇੰਟ ਨਾ, ਇੰਨੀਆਂ ਹਾਈ ਹੋ ਚੁੱਕੀਆਂ ਹੈਗੀਆਂ ਵੀ ਆਮ ਬੰਦਾ ਜਿਹੜਾ 3 ਮਹੀਨੇ ਪਹਿਲਾਂ ਰੇਟ ਦੇਦਾ ਸੀ ਉਹ ਆਲਮੋਸਟ ਡਬਲ ਰੇਟ ਹੁਣ ਦੇ ਰਿਹਾ ਹੈਗਾ ਮਾਰਗੇਜਸ ਵਾਸਤੇ। ਔਰ ਇੱਕ ਇਹ ਵੀ ਨਹੀਂ ਨਜ਼ਰ ਆਉਂਦੀ ਕੋਈ ਚੀਜ਼ ਵੀ ਇਹਦਾ ਘਟੂਗਾ ਕਦੋਂ ਜਾਂ ਇਹਦਾ ਕੋਈ ਤਰੀਕਾ ਸਰਕਾਰ ਕੱਢੂਗੀ ਕਿ ਨਹੀਂ ਕੱਢੂਗੀ, ਬਟ ਇਸ ਵੇਲੇ ਜੋ ਉਹਨਾਂ ਦੀਆਂ ਸਟੇਟਮੈਂਟਸ ਹੈਗੀਆਂ ਆ ਰਹੀਆਂ ਨੇ ਕੰਟੀਨਿਊਸਲੀ, ਉਹ ਇਹੀ ਕਹਿੰਦੇ ਰਹਿਣਾ ਵੀ ਅਸੀਂ ਅਗਲੀ ਮੀਟਿੰਗ ਦੇ ਵਿੱਚ ਵੀ ਇਸ ਰੇਟ ਨੂੰ ਹੋਰ ਅੱਗੇ ਵਧਾਵਾਂਗੇ।
ਜੀ ਬਿਲਕੁਲ ਅਗਲੇ ਮਹੀਨੇ ਜਿਹੜੇ ਦੁਬਾਰਾ ਫੈਡ ਨੇ ਜਿਹੜੀ ਮੀਟਿੰਗ ਆ ਇਹ ਕਰਨੀ ਹੈਗੀ ਆ ਤੇ ਮੋਹਨ ਚੀਮਾ ਜੀ ਜ਼ੈਂਡਰ ਮਾਰਗੇਜ ਵਾਲੇ ਜਿਹੜੇ ਆ ਉਹ ਇੰਡੀਆਨਾ ਦੇ ਵਿੱਚ ਵੀ ਸਰਵਿਸਿਜ਼ ਜਿਹੜੀਆਂ ਦਿੰਦੇ ਆ ਸੋ ਉਸ ਦੇ ਬਾਰੇ ਵੀ ਜ਼ਰੂਰ ਜਾਣਕਾਰੀਆਂ ਦਿਓ ਜੀ। ਹਾਂਜੀ, ਸਟੇਟ ਆਫ ਇੰਡੀਆਨਾ ਦੇ ਵਿੱਚ ਵੀ ਜੀ ਜੇ ਕੋਈ ਵੀ ਫੈਮਿਲੀ ਕੋਈ ਵੀ ਭੈਣ ਭਰਾ ਸਾਡਾ ਉੱਥੇ ਜੇ ਲੋਨ ਕਰਾਉਣਾ ਚਾਹੁੰਦਾ ਤੇ ਉਹਨਾਂ ਨੂੰ ਕੋਈ ਮੌਰਗੇਜ ਦੀ ਲੋੜ ਹੈਗੀ ਹੈ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈਗੀ ਹੈ ਤੇ ਉਹ ਸਾਡੇ ਨਾਲ ਜ਼ਰੂਰ ਡਿਸਕਸ ਕਰਨ। ਅਸੀਂ ਉੱਥੇ ਵੀ ਇਹ ਸਰਵਿਸਿਜ਼ ਦੇ ਰਹੇ ਹਾਂ ਔਰ ਕਾਫੀ ਹੁਮ ਕੇ ਲੋਕਾਂ ਨੇ ਸਾਡਾ ਉੱਥੇ ਸਾਥ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਬੰਦਾ ਉੱਥੇ ਘਰ ਲੈ ਰਿਹਾ ਜਿਹਨਾਂ ਨੂੰ ਕੋਈ ਲਾਈਕ ਐਸੇ ਪ੍ਰੋਬਲਮਸ ਹਮੇਸ਼ਾ ਮੌਰਗੇਜ ਵਿੱਚ ਹਮੇਸ਼ਾ ਆਉਂਦੀਆਂ ਹੈਗੀਆਂ। ਮੈਂ ਸਭ ਨੂੰ ਇਹ ਜ਼ਰੂਰ ਬੇਨਤੀ ਕਰਨਾ ਕਿ ਜਿੱਥੇ ਵੀ ਤੁਸੀਂ ਲੋਨ ਕਰਾਉਣਾ ਚਾਹੁੰਦੇ ਹੋ ਮੇਕ ਸ਼ੋਰ ਕਰੋ ਵੀ ਜੇ ਤੁਹਾਨੂੰ ਕੋਈ ਲੋਨ ਅਪਰੂਵਲ ਲੈਟਰ ਹੱਥ 'ਚ ਫੜਾ ਰਿਹਾ ਵੀ ਉਹ ਜਿਹੜੀ ਵੀ ਕੰਪਨੀ ਹੈਗੀ ਹੈ ਜਾਂ ਜਿਹੜਾ ਉਹ ਲੋਨ ਅਫਸਰ ਹੈਗਾ ਵੀ ਉਹ ਤੁਹਾਨੂੰ ਕਿੰਨੀ ਕੁ ਐਸ਼ੋਰੈਂਸ ਦਿੰਦਾ ਹੈਗਾ ਵੀ ਮੈਂ ਤੁਹਾਡੇ ਨਾਲ ਖੜਾ। ਹੁੰਦਾ ਕੀ ਹੈ ਵੀ ਕਈ ਵਾਰੀ ਲੋਨ ਅਪਰੂਵਲ ਲੈਟਰ ਬੜੇ ਲੋਕ ਕੱਢ ਕੇ ਝੱਟ ਫੜਾ ਛੱਡਦੇ ਨੇ। ਇਹਦੇ ਵਿੱਚ ਮੈਂ ਕਿਸੇ ਨੂੰ ਕਸੂਰਵਾਰ ਨਹੀਂ ਕਹਿੰਦਾ ਪਰ ਕਈ ਵਾਰੀ ਬੈਂਕਿੰਗ ਸਿਸਟਮ ਜਿਹੜਾ ਸਾਡਾ ਹੈਗਾ ਨਾ ਉਹਦੇ ਵਿੱਚ ਨਵੇਂ ਲੋਨ ਅਫਸਰ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ। ਪਰ ਜਿਹੜੇ ਐਕਸਪੀਰੀਅੰਸ ਹੈਗੇ ਆ ਜਿਹੜੇ ਕਿ ਮਤਲਬ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਉਹ ਐਪਲੀਕੇਸ਼ਨ ਦੇਖ ਕੇ ਤੁਹਾਨੂੰ ਨਾ ਸਹੀ ਤਰੀਕੇ ਨਾਲ ਗਾਈਡ ਕਰਦੇ ਨੇ ਔਰ ਸਹੀ ਤਰੀਕੇ ਦਾ ਲੋਨ ਅਪਰੂਵਲ ਲੈਟਰ ਦਿੰਦੇ ਨੇ। ਇਹ ਨਾ ਹੋਏ ਘਰ ਤੁਸੀਂ ਬੁੱਕ ਕਰਾ ਲਓ EMD ਵੀ ਦੇ ਦਿਓ ਡਿਪੋਜ਼ਿਟ ਵੀ ਦੇਤਾ ਸਭ ਕੁਛ ਹੋਇਆ ਪਰਿਵਾਰ ਵੀ ਖੁਸ਼ ਹੈ ਫਿਰ ਐਨ ਮੌਕੇ ਤੇ ਕਦੀ ਆਹ ਲਿਆਓ ਜੀ ਕਦੀ ਆਹ ਜਾਓ ਜੀ ਫਿਰ ਕਹਿੰਦੇ ਲੋਨ ਨਹੀਂ ਹੋਣਾ ਤੁਹਾਡਾ। ਇਹ ਚੀਜ਼ ਤੋਂ ਜ਼ਰੂਰ ਬਚੋ। ਸੋ ਇੰਡੀਆਨਾ ਦੇ ਵਿੱਚ ਹੋ ਗਿਆ ਵਾਸ਼ਿੰਗਟਨ 'ਚ ਹੋ ਗਿਆ ਕੋਲੋਰਾਡੋ 'ਚ ਹੋ ਗਿਆ ਸਟੇਟ ਆਫ ਕੈਲੀਫੋਰਨੀਆ 'ਚ ਹੈਗਾ ਅਸੀਂ ਜਿਹੜਾ ਵੀ ਲੋਨ ਅਪਰੂਵਲ ਲੈਟਰ ਦਿੰਦੇ ਹਾਂ ਉਹ ਚੰਗੀ ਤਰ੍ਹਾਂ ਦੇਖ ਕੇ ਫਾਈਲ ਉਸ ਹਿਸਾਬ ਨਾਲ ਦਿੰਦੇ ਵੀ ਵਾਕਈ ਜੇ ਇਹਨਾਂ ਨੂੰ ਅਸੀਂ ਕਿਹਾ ਹਾਂ ਤੇ ਇਹਨਾਂ ਜਿਹੜਾ ਲੋਨ ਦਾ ਕੰਮ ਆ ਉਹ ਜ਼ਰੂਰ ਹੋਵੇ ਜੀ। ਅਗਲਾ ਕੁਐਸਚਨ ਮੈਂ ਚੀਮਾ ਜੀ ਪੁੱਛਣਾ ਤੁਹਾਨੂੰ ਲਾਸਟ ਵੀਕ ਅਸੀਂ ਖਬਰ ਸਾਂਝੀ ਕੀਤੀ ਸੀ ਇੱਕ ਬਹੁਤ ਜ਼ਿਆਦਾ ਕਾਲਸ ਤੁਹਾਨੂੰ ਵੀ ਆਈਆਂ ਹੋਣਗੀਆਂ ਸਾਡੇ ਵੀ ਆਈਆਂ ਜਿਹੜਾ ਇੱਕ ਪ੍ਰੋਗਰਾਮ ਆ ਕੈਲੀਫੋਰਨੀਆ ਦਾ ਜਿਹਦੇ ਮੁਤਾਬਕ ਉਹ ਕਹਿੰਦੇ ਵੀ 10% ਡਾਊਨ ਪੇਮੈਂਟ ਦਊਗੇ 0% ਇੰਟਰਸਟ ਹੋਊਗਾ ਤੇ ਜੇ 5 ਸਾਲ ਤੁਸੀਂ ਘਰ 'ਚ ਰਹਿੰਦੇ ਆ ਤੇ ਉਹ ਪੇ ਆਫ ਨਹੀਂ ਕਰਨਾ ਪੈਣਾ। ਇਹ ਇੱਕ ਕੈਲੀਫੋਰਨੀਆ ਹਾਊਸਿੰਗ ਫਾਈਨਾਂਸ ਏਜੰਸੀ ਵੱਲੋਂ ਜਿਹੜੀ ਸਟੇਟਮੈਂਟ ਇਸ਼ੂ ਕੀਤੀ ਗਈ ਸੀ ਉਹਦੇ ਬਾਰੇ ਥੋੜਾ ਜਿਹਾ ਡਿਟੇਲ 'ਚ ਦੱਸ ਦਿਓ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਇਹ ਪੁਆਇੰਟ ਲਿਆਂਦਾ। ਐਕਚੁਅਲੀ ਕਾਲਸ ਸਾਨੂੰ ਵੀ ਬਹੁਤ ਆਈਆਂ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ ਜਿਨ੍ਹਾਂ ਦੀ ਕਾਲਾਂ ਅਸੀਂ ਨਹੀਂ ਲੈ ਪਾਏ ਉਹਨਾਂ ਦੇ ਵਾਸਤੇ ਵੀ ਮੈਂ ਇਹ ਜਿਹੜੀ ਜਿਹੜਾ ਥੋੜਾ ਬਹੁਤਾ ਪ੍ਰੋਗਰਾਮ ਡਿਸਕਸ ਕਰਨੇ ਆ। ਇਹ ਜ਼ਰੂਰ ਪ੍ਰੋਗਰਾਮ ਸਟੇਟ ਆਫ ਕੈਲੀਫੋਰਨੀਆ ਵਿੱਚ ਹੈਗਾ ਇਹਦੇ ਲਾਂਚ ਕੀਤਾ ਗਿਆ। ਜਿਹੜੀ ਕੈਲਹੈਫ ਏਜੰਸੀ ਹੈਗੀ ਆ ਰਾਜਵੀਰ ਭਾਜੀ ਆਪਣੇ ਖਾਲਸਾ ਭਾਜੀ ਕਾਫੀ ਟਾਈਮ ਤੋਂ ਇਹ ਜਿਹੜੀ ਹੈਗੀ ਹੈ ਡਾਊਨ ਪੇਮੈਂਟ ਸਿਸਟਮ ਦਿੰਦੀ ਆ ਰਹੀ ਹੈ। ਕੋਈ ਨਵੀਂ ਏਜੰਸੀ ਨਹੀਂ ਖੁੱਲੀ ਵੀ ਇਸ ਮਹੀਨੇ ਖੁੱਲੀ ਹੈ ਜਾਂ ਪਿਛਲੇ ਸਾਲ ਖੁੱਲੀ ਹੈਗੀ ਹੈ। ਫॉर वेरी लॉन्ग टाइम दे बीन इन एग्जिस्टेंस एक कोई ना कोई प्रोग्राम लेके आਉਂਦੇ ਰਹਿੰਦੇ ਨੇ ਕੰਡੀਸ਼ਨਸ ਦੇ ਮੁਤਾਬਿਕ। ਹੁਣ ਉਹਨਾਂ ਨੇ ਜਿਹੜੀ ਇਹ ਅਨਾਉਂਸਮੈਂਟ ਕੀਤੀ ਹੈ ਕਾਫੀ ਸਟਰੋਂਗ ਅਨਾਉਂਸਮੈਂਟ ਕੀਤੀ ਹੈਗੀ ਹੈ ਕਿ ਜਿਹਦੇ ਵਿੱਚ ਵੀ ਉਹ ਲੋਕਾਂ ਨੇ ਜਿਨ੍ਹਾਂ ਨੇ ਘਰ ਲੈਣੇ ਆ ਉਹਨਾਂ ਕਹ ਲਓ ਵੀ ਡਾਊਨ ਪੇਮੈਂਟ ਵਾਸਤੇ ਪੈਸੇ ਨਹੀਂ ਹੈਗੇ ਔਰ ਉਹ ਚਾਹੁੰਦੇ ਨੇ ਉਹਨਾਂ ਦੀ ਹੈਲਪ ਕਰ ਸਕਣ। ਇਹਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਥੋੜ੍ਹੀਆਂ ਜਿਹੀਆਂ ਸਖਤ ਹੈਗੀਆਂ। ਰੀਜ਼ਨ ਬੀਇੰਗ ਮੈਂ ਇਹਦੇ ਦੋ ਪੱਖ ਤੁਹਾਨੂੰ ਦੱਸਣਾ। ਪਹਿਲੀ ਗੱਲ ਕਿ ਜਿਹੜੀਆਂ ਸਾਡੀਆਂ ਫੈਮਿਲੀਜ਼ ਹੈਗੀਆਂ ਖਾਲਸਾ ਭਾਜੀ ਵੀ ਖਾਸ ਕਰ ਜਿਸ ਕੈਲੀਫੋਰਨੀਆ 'ਚ ਕਿਤੇ ਵੀ ਘਰ ਦੇਖਦੇ ਹੋ ਤੇ ਅਸੀਂ ਜਿਹੜਾ ਸਾਡਾ ਆਮ ਤੌਰ ਤੇ ਅਸੀਂ 3 ਜਾਂ 4 ਬੈਡਰੂਮ ਦਾ ਘਰ ਦੇਖਦੇ ਕਿਉਂਕਿ ਸਾਡੇ ਪਰਿਵਾਰ ਹੈ ਸਾਡੀ ਜਿਹੜੀ ਫੈਮਿਲੀਜ਼ ਹੈਗੀਆਂ ਜੁਆਇੰਟ ਫੈਮਿਲੀਜ਼ ਕਹਿ ਲਓ ਅਸੀਂ ਇਕੱਠੇ ਰਹਿੰਦੇ ਹਾਂ ਜ਼ਿਆਦਾਤਰ। ਲੇਕਿਨ ਜਿਹੜਾ ਇਹਦੇ ਵਿੱਚ ਇੱਕ ਗੱਲ ਆ ਜਾਂਦੀ ਹੈ ਪਹਿਲੀ ਗੱਲ ਤੇ ਜਿਹੜੀ ਤੁਹਾਡੀ ਏਰੀਆ ਮੀਡੀਅਨ ਇਨਕਮ ਹਰ ਕੰਟਰੀ ਦੀ ਵੱਖ-ਵੱਖ ਹੈਗੀ ਹੈ। ਹੁਣ ਤੁਸੀਂ ਕਿਹੜੀ ਵੀ ਕੰਟਰੀ ਲੱਗਦੇ ਹੋ ਤੁਸੀਂ ਗੂਗਲ ਸਰਚ ਕਰਕੇ ਆਪਣੀ ਏਰੀਆ ਮੀਡੀਅਨ ਇਨਕਮ ਦੇਖ ਲਓ ਕਿੰਨੀ ਹੈਗੀ ਹੈ। ਉਹਦਾ 80% ਜਿਹੜੀ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ ਉਸ ਤੋਂ ਘੱਟ ਹੋਊਗੀ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਕੁਆਲੀਫਾਈ ਕਰਦੇ ਹੋ। ਅੱਗੇ ਇਹ ਗੱਲਾਂ ਆ ਜਾਂਦੀਆਂ ਉਹ ਇਹ ਹੈਗੀਆਂ ਵੀ ਜਦੋਂ ਅਸੀਂ ਕੈਲਕੂਲੇਸ਼ਨਸ ਕੀਤੀਆਂ ਮੈਂ ਕਾਫੀ ਕਾਉਂਟਰੀਜ਼ ਦੀਆਂ ਕੈਲਕੂਲੇਸ਼ਨਸ ਦੇਖੀਆਂ ਸੀਗੀਆਂ ਜਿਹੜੀਆਂ ਤੇ ਵੱਡੇ ਸ਼ਹਿਰ ਹੈਗੇ ਆ ਬੇ ਏਰੀਆ ਹੋ ਗਿਆ ਉਹਨਾਂ ਵਿੱਚ ਲਿਮਿਟਸ ਥੋੜ੍ਹੀਆਂ ਜ਼ਿਆਦਾ ਹੈਗੀਆਂ। ਲੇਕਿਨ ਐਟ ਦੀ ਮੋਸਟ ਜੇ ਤੁਸੀਂ ਬੇ ਏਰੀਆ 'ਚ ਵੀ ਘਰ ਦੇਖਦੇ ਹੋ ਮੈਕਸਿਮਮ ਜਿਹੜੀ ਕੁਆਲੀਫਿਕੇਸ਼ਨ ਆ ਉਹ 4.5-5 ਲੱਖ ਤੇ ਪਹੁੰਚ ਜਾਂਦੀ ਹੈ। ਪ੍ਰੋਬਲਮ ਅੱਗੇ ਜਿਹੜੀ ਉਹ ਇਹ ਆ ਜਾਂਦੀ ਹੈਗੀ ਹੈ ਕਿ ਇਹ ਸਾਨੂੰ ਸੂਟੇਬਲ ਨਹੀਂ ਕਰਦੀ। ਹੁਣ ਤੁਸੀਂ ਮੈਨੂੰ ਦੱਸੋ ਮੈਂ ਫਰੀ ਮਾਰਟ ਦੇ ਵਿੱਚ ਘਰ ਲੈਣਾ ਤੇ 5 ਲੱਖ ਦਾ ਘਰ ਕਿੱਥੇ ਲੱਭੂਗਾ? ਇਹ ਇੱਕ ਥੋੜਾ ਜਿਹਾ ਇਸ਼ੂ ਆ ਜਾਂਦਾ। ਹਾਂ ਜੇ ਕਿਸੇ ਨੇ ਕੰਡੋਮੀਨੀਅਮ ਲੈਣਾ ਹੈਗਾ ਛੋਟਾ 1 ਬੈਡਰੂਮ ਦਾ ਜਨਾ ਹੈ ਨਾ ਉਹਨਾਂ ਵਾਸਤੇ ਇਹ ਚੀਜ਼ ਜਿਹੜੀ ਹੈਗੀ ਹੈ ਕੁਆਲੀਫਾਈ ਜਾਂ ਫਿਰ ਜਿਹੜਾ ਦੂਸਰਾ ਤਰੀਕਾ ਹੈਗਾ ਵੀ ਤੁਹਾਡੇ ਕੋਲ ਡਾਊਨ ਪੇਮੈਂਟ ਬਹੁਤ ਜ਼ਿਆਦਾ ਹੋਵੇ ਤੁਸੀਂ ਘਰ ਭਾਵੇਂ 7 ਲੱਖ ਦਾ ਲੱਭ ਲਓ
ਪਰ ਜੀ। ਤੁਹਾਡੇ ਕੋਲ ਆਪਣੀ ਕਹਿ ਲਓ ਵੀ ਡਾਊਨ ਪੇਮੈਂਟ ਬਾਕੀ ਹੈਗੀ ਆ, ਉਹਨਾਂ ਵਾਸਤੇ ਇਹ ਪ੍ਰੋਗਰਾਮ ਫੇਰ ਵੀ ਕਹਿ ਲਓ ਵੀ ਸੁਟੇਬਲ ਹੋ ਸਕਦਾ। ਸੋ ਰਿਸਟ੍ਰਿਕਸ਼ਨਸ ਬਹੁਤ ਹੈਗੀਆਂ। ਇਹਦੇ ਵਾਸਤੇ ਅਸੀਂ 1-2 ਲੋਨ ਅਫਸਰ ਨੂੰ ਮੈਂ ਆਪਣੀ ਕੰਪਨੀ ਦੇ ਵਿੱਚ ਇਸੇ ਵਾਸਤੇ ਅਸਾਈਨ ਕੀਤਾ ਹੋਇਆ ਵੀ ਸਪੈਸ਼ਲ ਡੈਡੀਕੇਟਿਡ ਹੈਗੇ ਨੇ ਇਸ ਪ੍ਰੋਗਰਾਮ ਵਾਸਤੇ। ਬਟ ਤੁਹਾਡੀ ਗੱਲ ਖਾਲਸਾ ਭਾਜੀ ਬੋਲਦੇ, ਸਾਨੂੰ ਬਹੁਤ ਹੀ ਕਾਜ਼ਾ ਕਾਲਾਂ ਆਈਆਂ ਸੀ, ਕੁਝ ਦੀਆਂ ਅਸੀਂ ਕਾਲਾਂ ਨਹੀਂ ਲੈ ਪਾਏ। ਮੈਂ ਹੋਰ ਵੀ ਕਿਸੇ ਦਿਨ ਟਾਈਮ ਕੱਢ ਕੇ ਜ਼ਿਆਦਾ ਡਿਟੇਲਸ ਵਿੱਚ ਇਸ ਪ੍ਰੋਗਰਾਮ ਬਾਰੇ ਵੀ ਅਸੀਂ ਗੱਲ ਜਿਹੜੀ ਹੈਗੀ ਆ ਕਰਾਂਗੇ ਜੀ। ਥੋੜੀ ਜਿਹੀ ਇਨਕਮ ਦੀ ਦੱਸਦੀ ਜਾਈਏ। ਜੇ ਸੈਕਰਾਮੈਂਟੋ ਚ ਰਹਿੰਦੇ ਤਾਂ ਤੁਹਾਡੀ ਇਨਕਮ $72,700 ਤੋਂ ਥੱਲੇ ਚਾਹੀਦੀ ਆ। ਬੇ ਏਰੀਏ ਚ ਸੈਂਟਾ ਕਲਾਰਾ ਕਾਉਂਟੀ ਚ 1,18,960 ਤੋਂ ਥੱਲੇ, ਲਾਸ ਐਂਜਲਸ ਦੇ ਵਿੱਚ 68,880 ਤੋਂ ਥੱਲੇ। ਸੋ ਬੋਰੋਅਰਸ ਦੀਆਂ ਕੁਝ ਰਿਕੁਆਇਰਮੈਂਟ ਉਹ ਨਹੀਂ ਦੱਸੀਆਂ ਸੀ ਵੀ ਫਸਟ ਟਾਈਮ ਹੋਮ ਬਾਇਰ ਚਾਹੀਦਾ, ਪ੍ਰੋਪਰਟੀ ਤੁਹਾਡੀ ਪ੍ਰਾਇਮਰੀ ਰੈਜ਼ੀਡੈਂਸ ਹੋਣੀ ਚਾਹੀਦੀ, ਤੇ ਪਲੱਸ ਤੁਹਾਨੂੰ ਇੱਕ ਸਰਟੀਫਿਕੇਟ ਵੀ ਉਹਨਾਂ ਦਾ ਕੋਰਸ ਉਹ ਜਿਹੜੀ ਕਾਉਂਸਲਿੰਗ ਕਰਨੀ ਆ ਉਹ ਕੰਪਲੀਟ ਕਰਨਾ ਪੈਣਾ ਹੈ। ਜੀ। ਸੋ ਬਿਲਕੁਲ ਜਿਹੜੀ ਕਾਉਂਟੀ ਚ ਰਹਿੰਦੇ ਆ, ਹੋ ਸਕਦਾ ਤੁਸੀਂ ਛੋਟੇ ਘਰ ਲਈ ਅਪਲਾਈ ਕਰ ਸਕਦੇ ਹੋ, ਕੰਡੋਮੀਨੀਅਮ, ਟਾਊਨ ਹੋਮ, ਜਾਂ ਤੁਸੀਂ ਜਿਸ ਤਰ੍ਹਾਂ ਮੋਹਨ ਚੀਮਾ ਭਾਜੀ ਦੱਸਦੇ ਆ ਵੀ ਡਾਊਨ ਪੇਮੈਂਟ ਤੁਸੀਂ ਜ਼ਿਆਦਾ ਦੇਣੀ ਆ, ਤਾਂ ਵੀ। ਸੋ ਜੇ ਕੁਝ ਫਾਇਦਾ ਮਿਲਦਾ ਜ਼ਰੂਰ ਤੁਸੀਂ ਇਹਨਾਂ ਦੇ ਆਫਿਸ ਕਾਲ ਕਰ ਲਿਓ, ਡਿਟੇਲ ਦੇ ਵਿੱਚ ਜ਼ਰੂਰ ਤੁਹਾਨੂੰ ਦੱਸੂਗੇ। ਚਾਂਸ ਇਹਦੇ ਚ ਥੋੜੇ ਜਿਹੇ ਜ਼ਿਆਦਾ ਤਾਂ ਆ, ਮੈਂ ਇਸ ਕਰਕੇ ਚੀਮਾ ਭਾਜੀ ਸੋਚਦਾ, ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਜਿਹੜੀਆਂ ਤੁਸੀਂ ਆਫਰਸ ਦਿੰਦੇ ਸੀ ਘਰਾਂ ਦੇ ਉੱਤੇ, ਉਹ ਬਹੁਤ ਹੁੰਦੀਆਂ ਸੀ। ਹੁਣ ਥੋੜਾ ਸਲੋ ਹੋ ਰਿਹਾ, ਕਿਉਂਕਿ ਕਈ ਵਾਰੀ ਕੀ ਦੇਖਦੇ, ਜੇ ਤੁਹਾਡਾ 20% ਡਾਊਨ ਤਾਂ ਹੀ ਉਹ ਆਫਰ ਐਕਸੈਪਟ ਕਰਦੇ ਸੀ। ਹੋ ਸਕਦਾ ਹੁਣ ਆਉਣ ਵਾਲੇ ਸਮੇਂ 'ਚ ਇਹ ਚਾਂਸ ਹੋਵੇ ਵੀ ਜੀ 10% ਤੁਸੀਂ ਦੇਣਾ, 10% ਇਹ ਲੋਨ ਆ, ਵੀ ਥੋੜੀ ਬਹੁਤੀ ਪ੍ਰੋਬੇਬਿਲਿਟੀ ਹੋ ਸਕਦੀ ਹੈ। ਹਾਂਜੀ, ਨਹੀਂ ਪ੍ਰੋਗਰਾਮ ਅੱਛਾ ਹੈਗਾ ਜੀ ਖਾਲਸਾ ਭਾਜੀ, ਬਟ ਡਿਪੈਂਡ ਕਰਦਾ ਵੀ ਕਿਹੜਾ ਬੰਦਾ ਇਸ ਵਾਸਤੇ ਕੁਆਲੀਫਾਈ ਕਰਦਾ। ਡੈਫੀਨਿਟਲੀ ਜੇ ਤੁਹਾਡੇ ਕੋਲ ਸੋਰਸਸ ਆਫ ਕਲਰ ਵੀ ਡਾਊਨ, ਤੁਹਾਡੇ ਕੋਲ ਜੇ ਪੈਸੇ ਹੋਰ ਥੋੜੇ ਬਹੁਤੇ ਹੈਗੇ ਨਾ, ਫਿਰ ਤੁਸੀਂ ਦੋਵਾਂ ਨੂੰ ਕੰਬਾਈਨ ਕਰਕੇ, ਤੁਹਾਡੀ ਗੱਲ ਸਹੀ ਹੈ, ਤੁਸੀਂ 20% ਡਾਊਨ ਸ਼ੋ ਕਰ ਸਕਦੇ ਹੋ, ਔਰ ਇਸ ਪ੍ਰੋਗਰਾਮ ਵਾਸਤੇ ਕਹ ਲਓ ਵੀ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ ਇਨਕਮ ਰਿਕੁਆਇਰਮੈਂਟਸ ਜੇ ਤੁਸੀਂ ਦੱਸੀਆਂ ਉਹ ਹੈਗੀਆਂ। ਬਾਕੀ ਫਸਟ ਟਾਈਮ ਹੋਮ ਬਾਇਰਸ, ਇੱਕ ਗੱਲ ਇਹ ਵੀ ਹੈਗੀ ਫਸਟ ਟਾਈਮ ਹੋਮ ਬਾਇਰ ਹੈ ਕੌਣ ਹੈ, ਕਿਹਨੂੰ ਕਾਊਂਟ ਕਰਦੇ ਆ ਜੀ। ਇਹਦੇ ਵਿੱਚ ਫਸਟ ਟਾਈਮ ਹੋਮ ਬਾਇਰ ਉਹ ਹੈਗਾ ਵੀ ਜਿੰਨੇ ਪਿਛਲੇ 3 ਸਾਲ ਦੇ ਵਿੱਚ ਆਪਣਾ ਪ੍ਰਾਇਮਰੀ ਘਰ ਨਹੀਂ ਲਿਆ। ਹੁਣ ਜੇ ਤੁਸੀਂ 2010 ਚ ਘਰ ਲਿਆਓ ਨਾ, ਤੁਸੀਂ ਵੀ ਅੱਜ ਫਸਟ ਟਾਈਮ ਹੋਮ ਬਾਇਰ ਮੰਨੇ ਜਾਂਦੇ ਹੋ। ਕਈਆਂ ਦੇ ਮਨ ਚ ਹੈਗਾ ਯਾਰ ਮੈਂ ਤੇ ਘਰ ਪਹਿਲਾਂ ਲਿਆ ਸੀਗਾ 2008 ਦੇ ਵਿੱਚ, ਜਾਂ ਮੈਂ 2011 ਦੇ ਵਿੱਚ ਲਿਆ ਸੀ, ਜਾਂ 2015 ਦੇ ਵਿੱਚ ਲਿਆ ਸੀਗਾ, ਉਹ ਵੀ ਫਸਟ ਟਾਈਮ ਹੋਮ ਬਾਇਰ ਕੈਟੇਗਰੀ ਚ ਆਉਂਦੇ। ਸੋ ਰੂਲ ਹੈਗਾ, as long as you have not purchased a home or part of a transaction last 3 years, ਜੇ ਤੁਹਾਡੇ 3 ਸਾਲ ਬੀਤ ਚੁੱਕੇ ਨੇ, ਫਿਰ ਤੁਸੀਂ ਫਸਟ ਟਾਈਮ ਹੋਮ ਬਾਇਰ ਚ ਆ ਜਾਂਦੇ। ਸੋ ਮੋਹਨ ਚੀਮਾ ਜੀ ਬਹੁਤ ਸਾਰੇ ਹੈਗੇ। ਕੱਲ ਮੇਰੇ ਫਰੈਂਡ ਦਾ ਫੋਨ ਆਇਆ ਸੀ, ਉਹ ਕਹਿੰਦਾ ਵੀ ਹੁਣ ਆਪਾਂ ਤਾਂ ਚਲੋ ਲਿਆ ਆ, ਗਾਂ ਨਿਆਣੇ ਜੋਬਾਂ ਕਰਦੇ, ਨਿਆਣਿਆਂ ਨੂੰ ਲੈ ਦਿੰਦੇ ਆ ਜੇ। ਸੋ ਬਹੁਤ ਸਿਚੁਏਸ਼ਨਸ ਹੁੰਦੀਆਂ ਜੀ। ਜੀ ਹਾਂਜੀ, ਵੱਖ-ਵੱਖ ਹੈਗੇ। ਸੋ ਮੋਹਨ ਚੀਮਾ ਜੀ, ਜਿੱਦਾਂ ਇਹ ਕਹਿੰਦੇ ਵੀ ਇਹ 10% ਉਹਨਾਂ ਨੇ 0% ਇੰਟਰਸਟ ਤੇ 10% ਡਾਊਨ ਜਿਹੜਾ ਦੇਣਾ ਆ, ਕੀ ਉਸ ਦੇ ਨਾਲ ਤੁਹਾਨੂੰ ਫਿਰ ਵੀ ਕੋਈ ਡਾਊਨ ਪੇਮੈਂਟ ਹੋਰ ਚਾਹੀਦੀ ਹੁੰਦੀ ਆ ਕਿ ਨਹੀਂ ਚਾਹੀਦੀ ਆ? ਸੋ ਆਈ ਥਿੰਕ ਇੱਥੇ ਵੀ ਬੜੀ ਕਨਫਿਊਜ਼ਨ ਰਹਿੰਦੀ ਹੋਣੀ, ਜਾਂ 10% ਵੀ ਉੱਧਰੋਂ ਲੈ ਲੈਂਦੇ, ਘਰ ਵੀ ਬੁੱਕ ਕਰਾ ਲੈਂਦੇ ਆ, ਬਾਅਦ 'ਚ ਇਹ ਵੀ ਫ੍ਰੀ ਤੇ ਬਾਅਦ ਦੂਜਾ ਲੋਨ। ਸੋ ਉਹਦੇ ਵਿੱਚ ਵੀ ਦੱਸੋ ਕੀ ਨਾਲ ਉਸ ਤੋਂ ਇਲਾਵਾ ਵੀ ਤੁਹਾਨੂੰ ਆਪਣੇ ਪੱਲੋਂ ਵੀ ਫਿਰ ਵੀ 10% ਡਾਊਨ ਦੇਣਾ ਪੈਣਾ ਹੈ ਨਾਲ? ਨਹੀਂ ਜੀ, ਇਟਸ ਨਾਟ ਨੈਸੈਸਰੀ। ਜੇ ਮਿਨੀਮਮ ਜਿਹੜੀ ਤੁਹਾਨੂੰ 10% ਹੈਗੀ ਆ, ਉਹ ਤੁਹਾਡੀ ਡਾਊਨ ਪੇਮੈਂਟ ਵਿੱਚ ਜੇ ਤੁਹਾਡੀ ਉਹ ਅਸਿਸਟੈਂਸ ਕਰਦੇ, ਤੁਸੀਂ ਜਿੰਨੀ ਮਰਜ਼ੀ ਵੱਧ ਆਪਣੇ ਪੱਲੋਂ ਪਾ ਸਕਦੇ ਹੋ। ਹਾਂ, ਇਹ ਜ਼ਰੂਰ ਹੈਗਾ ਵੀ ਇਹਨੂੰ ਤੁਸੀਂ ਦੂਜੇ ਪ੍ਰੋਗਰਾਮ ਨਾਲ ਕੰਬਾਈਨ ਨਹੀਂ ਕਰ ਸਕਦੇ। ਠੀਕ ਹੈ। ਈਵਨ ਦੋ ਕੈਲਹਾਫ ਵਾਲਾ ਪ੍ਰੋਗਰਾਮ ਹੈਗਾ, ਹੋਰ ਵੀ ਕਈ ਵਾਲੇ ਸਟੇਟ ਵਾਲੇ ਪ੍ਰੋਗਰਾਮ ਹੁੰਦੇ ਜਿਨ੍ਹਾਂ ਵਿੱਚ ਵੀ ਡਾਊਨ ਪੇਮੈਂਟ ਅਸਿਸਟੈਂਸ ਮਿਲਦੀ ਹੈਗੀ ਹੈ। ਸੋ ਤੁਸੀਂ ਇਹ ਨਹੀਂ ਹੈਗਾ ਵੀ 10% ਤੋਂ ਲਿਆ, 5% ਆ ਵੀ ਸਟੇਟ ਏਜੰਸੀ ਲਿਆ, 3% ਤੁਹਾਡੀ ਲੋਕਲ ਕੋਈ ਏਜੰਸੀ ਦੇ ਰਹੀ ਹੈ, ਉਹ ਦੇ ਰਹੀ ਹੈ, ਏਦਾਂ ਨਹੀਂ ਹੁੰਦਾ। ਸੋ ਜੇ ਤੁਸੀਂ ਕੈਲਹਾਫ ਦੇ ਪ੍ਰੋਗਰਾਮ ਤੋਂ ਜਾ ਰਹੇ ਹੋ, ਸਿਰਫ ਉਹਨਾਂ ਦਾ ਜਿਹੜਾ 10% ਪ੍ਰੋਗਰਾਮ ਉਹੀ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਇਹਦੇ ਨਾਲ ਰਾਜਕੁਮਾਰ ਜੀ ਇੱਕ ਗੱਲ ਹੋਰ ਵੀ ਹੈਗੀ ਹੈ ਕਿ ਸਟੇਟ ਦੇ ਹੋਰ ਵੀ ਬੜੇ ਪ੍ਰੋਗਰਾਮ ਹੈਗੇ ਨੇ ਜਿਨ੍ਹਾਂ ਵਿੱਚ ਵੀ ਉਹ ਤੁਹਾਡੀ ਅਸਿਸਟੈਂਸ, ਤੁਸੀਂ ਇੱਥੇ ਨਹੀਂ ਕੁਆਲੀਫਾਈ ਕਰਦੇ ਹੋ, ਤੁਹਾਡੀ ਇਨਕਮ ਜ਼ਿਆਦਾ ਹੋਵੇ ਤੇ ਥੋੜੀ ਹਾਈ ਇਨਕਮ ਵਾਲੇ ਵਾਸਤੇ, ਮਤਲਬ ਕਿ ਬਹੁਤੀ ਹਾਈ ਇਨਕਮ ਨਾ ਹੋਵੇ, ਤੇ ਤੁਹਾਡੀ ਜੇ ਏਰੀਆ ਮੀਡੀਅਮ ਇਨਕਮ ਦੇ ਲਾਗੇ ਛਾਗੇ ਥੋੜੀ ਤੋਂ ਵੱਧ ਹੈਗੀ ਹੈ, ਉਹਨਾਂ ਵਾਸਤੇ ਵੀ ਕੁਝ ਸਰਟਨ ਡਿਫਰੈਂਟ ਟਾਈਪਸ ਆਫ ਪ੍ਰੋਗਰਾਮ ਹੈਗੇ ਆ, ਉਹ ਵੀ ਤੁਸੀਂ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਸੋ ਬਿਲਕੁਲ ਆਪਾਂ ਸਰੋਤੇ ਨੂੰ ਦੱਸਦੀ ਜਾਈਏ, ਕਿਉਂਕਿ ਕੱਲਾ ਇਹ ਮਕਸਦ ਇਹ ਨਹੀਂ ਹੈਗਾ ਵੀ ਪੰਜਾਬੀ ਰੇਡੀਓ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਜਿੱਥੇ ਵੀ ਕਮਿਊਨਿਟੀ ਨੂੰ ਆਪਾਂ ਨੂੰ ਕੋਈ ਫਾਇਦਾ ਹੁੰਦਾ ਹੋਵੇ, ਆਪਾਂ ਉਹ ਖਬਰ ਸ਼ੇਅਰ ਕਰਦੇ ਆ, ਪ੍ਰੋਗਰਾਮ, ਲੋਨ, ਕਿਸੇ ਤਰ੍ਹਾਂ ਦਾ ਵੀ ਆਪਾਂ ਡਿਸਕਸ ਕਰਦੇ ਆ। ਮੋਹਨ ਚੀਮਾ ਉਹਨਾਂ ਦਾ ਵੀ ਇਹੀ ਆ ਵੀ ਠੀਕ ਆ, ਉਹ ਬਿਜ਼ਨਸ ਵੀ ਕਰਦੇ ਆ, ਪਰ ਇਹ ਵੀ ਦੱਸਦੇ ਆ ਵੀ ਜਿੱਥੋਂ ਸਾਨੂੰ ਕੋਈ ਫ੍ਰੀ ਪੈਸਾ ਜਾਂ ਕਿਸੇ ਤਰ੍ਹਾਂ ਦੀ ਵੀ ਹੈਲਪ ਮਿਲ ਸਕਦੀ ਆ, ਤਾਂ ਕਿ ਪੂਰੀ ਆਪਣੀ ਕਮਿਊਨਿਟੀ ਨੂੰ ਜਿਹੜਾ ਫਾਇਦਾ ਹੋਵੇ, ਉਹ ਜ਼ਰੂਰ ਹਰ ਪ੍ਰੋਗਰਾਮ 'ਚ ਦੱਸੂਗੇ ਤੇ ਦੱਸਦੇ ਰਹਿਣਗੇ। ਬਹੁਤ ਸਾਰੇ ਨਹੀਂ ਦੱਸਣਗੇ ਵੀ ਇਹ ਕਈ ਲੰਮਾ ਚੌੜਾ ਕੰਮ ਆ ਜੀ, ਪਤਾ ਨਹੀਂ ਕਦ ਤੱਕ ਕਲੋਜ਼ ਹੋਊਗੀ, ਐਸਕਰੋ ਨਹੀਂ ਹੋਊਗੀ, ਪਰ ਆਪਾਂ ਵੀ ਜ਼ਰੂਰ ਬੇਨਤੀ ਕਰਦੇ ਆ ਮੋਹਨ ਚੀਮਾ ਭਾਜੀ ਉਹਨਾਂ ਨੂੰ ਕਿ ਜਿੱਥੇ ਵੀ ਕੋਈ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਨਿਊਜ਼ ਮਿਲਦੀ ਹੈ, ਭਾਈ ਇਸ ਕਾਉਂਟੀ 'ਚ ਆਹ ਲੋਨ ਦਾ ਇੱਥੇ ਆ, ਜ਼ਰੂਰ ਸ਼ੇਅਰ ਕਰਿਆ ਕਰੋ ਤੁਸੀਂ। ਜੀ।
ਜ਼ਰੂਰ ਜੀ। ਜੀ ਬਿਲਕੁਲ। ਸੋ ਸਰੋਤਿਓ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8559052575 855 905 2575 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ। ਤੇ ਬਾਕੀ ਮੋਹਨ ਚੀਮਾ ਜੀ ਇਹ ਵੀ ਜਿਹੜਾ ਜ਼ਰੂਰ ਤੁਸੀਂ ਦੱਸਿਓ ਵੀ ਜਿਹੜੇ ਟਰੱਕਿੰਗ ਦੇ ਨਾਲ ਸੰਬੰਧਿਤ ਉਹ ਵੀ ਲੋਨਸ ਹੋਣ ਤੁਸੀਂ ਜਿਹੜੇ ਉਹ ਕਰਦੇ ਆ ਉਸ ਦੇ ਵਿੱਚ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਆ ਤੁਸੀਂ? ਹਾਂਜੀ ਵੀਰ ਜੀ, ਥੈਂਕ ਯੂ, ਬਹੁਤ ਤੁਹਾਡਾ ਧੰਨਵਾਦ, ਤੁਸੀਂ ਇਸ ਚੀਜ਼ ਬਾਰੇ ਡਿਸਕਸ ਕਰ ਰਹੇ ਹੋ। ਐਕਚੁਅਲੀ ਜਿਹੜੀ ਜ਼ੈਂਡਰ ਕੈਪੀਟਲ ਕਾਰਪ ਹੈਗੀ ਹੈ, ਇਹਦੀ ਵੀ ਤੁਹਾਨੂੰ ਮੈਂ ਐਨਐਮਐਸ ਆਈਡੀ ਦੱਸ ਦਿਆਂ, ਹੈਗੀ ਜੀ 139991। ਇਹ ਜਿਹੜੀ ਸਾਡੀ ਕੰਪਨੀ ਹੈਗੀ ਹੈ ਜੀ, ਇਹਦੇ ਤਹਿਤ ਜੇ ਕਿਸੇ ਨੇ ਕੋਈ ਟਰੱਕ ਟ੍ਰੇਲਰਸ ਦੀ ਇਕਵਿਪਮੈਂਟ ਫਾਈਨੈਂਸਿੰਗ ਕਹਿ ਲਓ ਜੀ, ਉਹ ਕਰਾਉਣੀ ਹੈਗੀ ਹੈ ਤੇ ਉਹ ਵੀ ਅਸੀਂ ਕਰਾਉਂਦੇ ਹਾਂ। ਭਾਵੇਂ ਤੁਹਾਡਾ ਟਰੱਕ ਨਵਾਂ, ਤੁਸੀਂ ਟਰੱਕ ਦੀ ਫਲੀਟ ਲੀਜ਼ਿੰਗ ਕਰਾਉਣਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਟ੍ਰੇਲਰ ਹੈਗਾ, ਭਾਵੇਂ ਉਹ ਯੂਜ਼ ਹੈਗਾ, ਤੁਸੀਂ ਕੈਸ਼ ਆਊਟ ਕਰਨਾ ਚਾਹੁੰਦੇ ਹੋ। ਸੋ ਵੇਰੀਅਸ ਕਾਈਂਡ ਆਫ ਪ੍ਰੋਗਰਾਮਸ ਜਿਹੜੇ ਹੈਗੇ ਆ ਉਹ ਸਾਡੀ ਐਸ ਕੰਪਨੀ ਦੇ ਤਹਿਤ ਤੁਹਾਨੂੰ ਆਫਰ ਹੁੰਦੇ ਨੇ। ਜੇ ਤੁਸੀਂ ਕੋਈ ਵੀ ਕੰਮ ਕਰਾਉਣਾ, ਜਿਹੜਾ ਵੀ ਕਹਿ ਲਓ ਵੀ ਤੁਸੀਂ ਹੁਣ ਟਰੱਕਾਂ ਦੇ ਵਿੱਚ ਵੀ ਨਾ ਕਈਆਂ ਕੋਲ ਵਰਕ ਪਰਮਿਟ ਹੈਗਾ, ਕਈਆਂ ਦੀ ਸਿਚੁਏਸ਼ਨ ਹੋ ਰਿਹਾ, ਕਈਆਂ ਨੂੰ ਇਹ ਨਹੀਂ ਪਤਾ ਚੱਲਦਾ ਵੀ ਅਸੀਂ ਕੰਪਨੀ ਖੋਲ੍ਹਣੀ ਕਿੱਦਾਂ ਹੈਗੀ ਹੈ, ਵੀ ਕੀ ਤਰੀਕੇ ਹੈਗੇ, ਵੀ ਕੱਲ੍ਹ ਨੂੰ ਜੇ ਤੁਸੀਂ ਕੰਪਨੀ ਅੱਜ ਖੋਲ੍ਹੀ ਵੀ ਤੇ ਅਗਲੇ 3-4 ਸਾਲਾਂ 'ਚ ਤੁਹਾਨੂੰ ਕੀ ਫਾਇਦੇ ਹੋ ਸਕਦੇ ਆ। ਇਹ ਜਿਹੜੀ ਸਾਰੀ ਡਿਸਕਸ਼ਨ ਹੈਗੀ ਹੈ, ਇਹ ਵੀ ਇੱਕ ਸਾਡੀ ਸਰਵਿਸ ਹੈਗੀ ਹੈ ਜਿਹੜੀ ਅਸੀਂ ਆਫਰ ਕਰਨੇ ਆ। ਤੁਸੀਂ ਸਾਡੇ ਨਾਲ ਸਲਾਹ ਕਰ ਸਕਦੇ ਹੋ, ਇਸ ਦੀ ਕੋਈ ਫੀਸ ਨਹੀਂ ਹੈਗੀ। ਤੁਸੀਂ ਚੈੱਕ ਕਰਾ ਸਕਦੇ ਹੋ ਵੀ ਤੁਹਾਡੇ ਅਸੀਂ ਕਿਹੜੀ ਚੀਜ਼ ਹੈਗੀ ਹੈ, ਆਉਣ ਵਾਲੇ ਸਾਲਾਂ ਵਿੱਚ ਤੁਹਾਨੂੰ ਕੰਮ ਕਰੂਗੀ। ਨਾਲ ਜੇ ਤੁਸੀਂ ਟਰੱਕ ਜਾਂ ਟ੍ਰੇਲਰ ਦੇ ਲੋਨ ਕਰਵਾ ਦਿੰਦੇ ਨੇ, ਉਹ ਵੀ ਅਸੀਂ ਸਰਵਿਸ ਤੁਹਾਨੂੰ ਅਸੀਂ ਦੇ ਸਕਦੇ ਹਾਂ। ਸੋ ਉਹਦਾ ਜਿਹੜਾ ਨੰਬਰ ਹੈਗਾ ਰਾਜੂ ਵਾਲੀ ਥੋੜਾ ਡਿਫਰੈਂਟ ਹੈਗਾ, ਉਹ ਹੈਗਾ ਜੀ 855 2022। ਸੋ 8558552022। ਜੇ ਇਸ ਨੰਬਰ ਤੁਸੀਂ ਕਾਲ ਕਰੋ ਤਾਂ ਤੁਹਾਨੂੰ ਟਰੱਕ ਟ੍ਰੇਲਰ ਦੀਆਂ ਲੋਨ ਸਰਵਿਸਿਜ਼ ਮਿਲ ਸਕਦੀਆਂ ਸਾਡੀ ਕੰਪਨੀ ਜ਼ੈਂਡਰ ਕੈਪੀਟਲ ਕਾਰਪ ਦੇ ਰਾਹੀਂ। ਜੀ ਬਿਲਕੁਲ। 855 855 2022 855 855 2022 ਇਹ ਜਿਹੜੇ ਟਰੱਕਿੰਗ ਦੇ ਨਾਲ ਸੰਬੰਧਿਤ ਲੋਨਸ ਆ ਉਸ ਦੇ ਲਈ, ਤੇ ਜੇ ਘਰਾਂ ਸੰਬੰਧੀ ਲੋਨਸ ਜਾਂ ਰੀਅਲ ਏਸਟੇਟ ਦਾ ਕੰਮ ਆ ਤੇ ਉਹਦੇ ਲਈ ਨੰਬਰ 855 905 2575 855 905 2575। ਤੇ ਮੋਹਨ ਚੀਮਾ ਜੀ, ਮੌਰਗੇਜਸ ਰੇਟ ਵਧਣ ਦੇ ਨਾਲ ਕੀ ਰੀਅਲ ਏਸਟੇਟ ਦੇ ਵਿੱਚ ਜਿਹੜਾ ਕੰਮ ਹੌਟ ਸੀਗਾ, ਪ੍ਰਾਈਸਿਸ ਕਾਫੀ ਤਾਂ ਜਿਹੜੇ ਚੱਲ ਰਹੇ ਸੀ, ਕੀ ਸਲੋ ਡਾਊਨ ਆਇਆ ਆ, ਇਨਵੈਂਟੋਰੀ ਵੱਧ ਰਹੀ ਆ, ਕੀ ਸਥਿਤੀ ਹੈ ਰੀਅਲ ਏਸਟੇਟ ਓਵਰਆਲ ਮਾਰਕੀਟ ਦੀ? ਹਾਂਜੀ ਵੀਰ ਜੀ, ਦੇਖੋ ਜਿਹੜੀ ਤੇ ਹੈਗੀ ਹੈ ਇਨਵੈਂਟੋਰੀ ਇੰਨੀ ਜ਼ਿਆਦਾ ਵੱਧ ਨਹੀਂ ਰਹੀ। ਹਾਂ, ਇਹ ਜੋ ਹੈ ਵੀ ਥੋੜੇ ਜਿਹੇ ਘਰ ਨਾ ਮਾਰਕੀਟ ਦੇ ਵਿੱਚ ਟਿਕ ਰਹੇ ਆ, ਕਿਉਂਕਿ ਜਿਹੜਾ ਸੈਲਰ ਹੈਗਾ ਉਹਦਾ ਆਈਡੀਆ ਹੁੰਦਾ ਵੀ ਵੱਧ ਤੋਂ ਵੱਧ ਆਪਣੇ ਘਰ ਦੀਆਂ ਪ੍ਰਾਈਸਿਸ ਮੰਗ ਲਵਾਂ। ਔਰ ਕਾਫੀ ਚਿਰ ਤੋਂ ਕਹਿ ਲਓ ਜਿਹੜੀ ਹਜੇ ਵੀ ਸੈਲਰਸ ਮਾਰਕੀਟ ਹੈਗੀ ਹੈ, ਕਿਉਂਕਿ ਜਿਹੜਾ ਸੈਲਰ ਉਹ ਡਿਸਾਈਡ ਕਰਦਾ, ਕਿਉਂਕਿ ਆਲੇ ਦੁਆਲੇ ਇੰਨੇ ਘਰ ਕਹਿ ਲਓ ਵੀ ਲੱਗੇ ਹਜੇ ਨਜ਼ਰ ਨਹੀਂ ਆ ਰਹੇ। ਇਹਦੇ ਕਾਰਨ ਇੱਕ ਜਿਹੜੀ ਚੀਜ਼ ਹੈਗੀ ਹੈ ਵੀ ਪ੍ਰਾਈਸਿੰਗ ਦੇ ਵਿੱਚ ਜ਼ਿਆਦਾ ਫਰਕ ਨਜ਼ਰ ਨਹੀਂ ਆ ਰਿਹਾ। ਯਾਨੀ ਕਿ ਜੇ ਤੁਸੀਂ ਕਹਿ ਲਈਏ ਵੀ ਜੇ ਘਰ 5 ਲੱਖ ਦਾ ਸੀਗਾ, ਉਹ 4.5 ਤੇ ਨਹੀਂ ਆ ਰਿਹਾ। ਹਾਂ, 5 ਲੱਖ ਦਾ ਘਰ ਤੇ ਇਹ ਹੈ ਵੀ ਜਿਹੜੀਆਂ ਆਫਰਾਂ ਹੈਗੀਆਂ ਪਹਿਲਾਂ ਜੇ 20-25 ਆਫਰਾਂ ਜਾਂ ਸੇਮ ਡੇ ਹੀ ਵਿਕ ਜਾਂਦਾ ਸੀ, ਉਹ ਹੋ ਸਕਦਾ ਵੀ ਉਹਨੂੰ 1-2 ਦਿਨ ਜਾਂ 3-4 ਦਿਨ ਲੱਗ ਰਹੇ ਹੈਗੇ ਆ। ਸੋ ਮਾਰਕੀਟ 'ਚ ਘੱਟ ਟਿਕ ਜੂ ਰਹੇ ਆ, ਰੀਜ਼ਨ ਬੀਇੰਗ ਵਿਆਜ। ਲੋਕੀ ਥੋੜੇ ਜਿਹੇ ਕਹਿ ਲਓ ਵੀ ਸੋਚਦੇ ਵੀ ਮੈਂ ਇੰਨਾ ਵਿਆਜ ਦੇ ਕੇ ਘਰ ਲਵਾਂ ਕਿ ਨਾ ਲਵਾਂ। ਬਟ ਇਹ ਜਿਹੜੀ ਕਹਿ ਲਓ ਵੀ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਆ ਆਪਣੇ ਖਾਸਾ ਭਾਜੀ, ਇਹ ਥੋੜੀ ਦੇਰ ਤੱਕ ਚੱਲਣੀ ਹੈ ਇਸ ਤਰ੍ਹਾਂ ਹੀ, ਕਿਉਂਕਿ ਹਜੇ ਸਾਨੂੰ ਇੱਕ ਤਰ੍ਹਾਂ ਦਾ ਸ਼ੌਕ ਲੱਗਿਆ ਹੁਣ ਨਾ ਵੀ ਵਿਆਜ ਵੱਧ ਗਏ। ਲੇਕਿਨ ਆਉਣ ਵਾਲੇ ਟਾਈਮ 'ਚ ਇਹ ਵੀ ਗੱਲ ਫਿਰ ਕਹਿ ਲਓ ਵੀ ਨੋਰਮਲ ਹੋ ਜਾਣੀ ਹੈ। ਫਿਰ ਲੋਕਾਂ ਨੇ ਹੋਰ ਤੁਰ ਪੈਣਾ, ਜਿਨ੍ਹਾਂ ਨੂੰ ਤੇ ਘਰ ਦੀ ਲੋੜ ਹੈਗੀ ਹੈ, ਦੇਖੋ ਉਹਨਾਂ ਦੇ ਘਰ ਲੈਣਾ ਹੈਗਾ। ਜਿਹੜੀ ਇਹ ਗੱਲ ਜ਼ਰੂਰ ਹੈਗੀ ਹੈ ਵੀ ਜਿਵੇਂ ਕਹਿ ਲਓ ਵੀ ਵਿਆਜਾਂ ਨੇ, ਘੱਟ ਵਿਆਜਾਂ ਨੇ ਬਹੁਤ ਜ਼ਿਆਦਾ ਚੀਜ਼ ਨੂੰ ਪੁਸ਼ ਕਰਤਾ ਸੀ ਵੀ ਹਰ ਇੱਕ ਬੰਦਾ ਸੋਚਦਾ ਸੀ ਮੈਂ ਘਰ ਜ਼ਰੂਰ ਲੈ ਲਾਂ। ਹੁਣ ਥੋੜੇ ਜਿਹੇ ਬਾਇਰਸ ਜ਼ਰੂਰ ਘਟੇ ਹੈਗੇ ਆ, ਲੇਕਿਨ ਜਿਹੜੀ ਕਹਿ ਲਓ ਵੀ ਡਿਮਾਂਡ ਹੈਗੀ ਹੈ ਹਾਊਸਿੰਗ ਦੀ, ਉਹ ਨਹੀਂ ਘਟ ਰਹੀ, ਕਿਉਂਕਿ ਜਿਹੜੀ ਇਨਵੈਂਟਰੀ ਸ਼ਾਰਟੇਜ ਹੈਗੀ ਹੈ ਉਹ ਸੇਮ ਤਰ੍ਹਾਂ ਹਜੇ ਬਣੀ ਹੋਈ ਹੈ। ਔਰ ਜਿਹੜੇ ਨਵੇਂ ਬਿਲਡਰ ਹੈ ਉਹ ਥੋੜੇ ਜਿਹੇ ਹੋਰ ਜ਼ਿਆਦਾ ਘਬਰਾ ਗਏ ਆ, ਕਿਉਂਕਿ ਉਹਨਾਂ ਨੂੰ ਇਹ ਡਰ ਲੱਗਦਾ ਕਿ ਜੇ ਅਸੀਂ ਘਰ ਬਹੁਤ ਜ਼ਿਆਦਾ ਬਣਾਤੇ ਤੇ ਹੋ ਸਕਦਾ ਵੀ ਲੋਕੀ ਘਰ ਆ ਕੇ ਨਾ ਲੈਣ। ਸੋ ਜਿਹੜਾ ਇਹ ਕਹਿ ਲਓ ਵੀ ਹਾਊਸਿੰਗ ਮਾਰਕੀਟ ਅੰਡਰ ਪ੍ਰੈਸ਼ਰ ਹੈਗੀ ਹੈ ਇਸ ਵੇਲੇ, ਔਰ ਇਸ ਤਰ੍ਹਾਂ ਹੀ ਥੋੜੀ ਦੇਰ ਤੱਕ ਇਹ ਬਣੀ ਰਹੂਗੀ। ਹੋ ਸਕਦਾ ਕਿ 6 ਮਹੀਨੇ ਜਾਂ ਸਾਲ ਬਾਅਦ ਸਾਨੂੰ ਹੋਰ ਤਰ੍ਹਾਂ ਦੇ ਰਿਜ਼ਲਟ ਨਜ਼ਰ ਆਉਣ। ਬਟ ਫਿਲਹਾਲ ਜੇ ਅਸੀਂ ਅੱਜ ਦੀ ਗੱਲ ਕਰੀਏ, ਕਰੰਟਲੀ ਹਾਊਸਿੰਗ ਮਾਰਕੀਟ ਹਜੇ ਵੀ ਕਹਿ ਲਓ ਵੀ ਉਸੇ ਤਰ੍ਹਾਂ ਚੱਲ ਰਹੀ ਹੈ ਜਿਵੇਂ ਅੱਜ ਤੋਂ 2 ਮਹੀਨੇ ਪਹਿਲਾਂ ਸੀਗੀ ਜੀ। ਪਰ ਕੁਝ ਕੁ ਏਰੀਆ ਦੇਖਿਆ ਮੈਂ ਚੀਮਾ ਜੀ ਤੁਹਾਡੇ ਏਰੀਆ 'ਚ, ਖਾਸ ਕਰਕੇ ਕਲੋਵਿਸ ਫ੍ਰਿਜ਼ਨੋ 'ਚ ਕੁਝ ਕੁ ਪ੍ਰਾਪਰਟੀਆਂ ਦੇ ਉਹਨੇ ਲਿਖਿਆ ਪ੍ਰਾਈਸ ਕੱਟ, ਈਵਨ ਦੋ ਇਟਸ ਲਾਈਕ ਮੇਬੀ 5% ਹੈਗਾ। ਸੋ ਮੇਬੀ ਉਹਨੇ ਸੈਲ ਕਰਨ ਲਈ ਆ, ਜਾਂ ਪਰ ਆਪਾਂ ਪਹਿਲੀ ਵਾਰੀ ਇਹ ਸਾਈਨ ਦੇਖਿਆ। ਹਾਂਜੀ, ਬੇਸਿਕਲੀ ਇੱਕ ਜਿਹੜੀ ਸ਼ਬਦ ਤੁਹਾਨੂੰ ਹੁਣ ਆਏਗਾ ਮਾਰਕੀਟ ਸੋਚ, ਪੈਨਿਕ ਸੈਲਿੰਗ।
ਇੱਕ ਪੈਨਿਕ ਸੈਲਿੰਗ ਇਹ ਹੁੰਦੀ ਹੈ ਵੀ ਹੁਣ ਜਿਹੜੇ ਸੈਲਰਸ ਹੈਗੇ ਆ ਉਹ ਥੋੜੇ ਡਰਦੇ ਪਏ ਆ ਵੀ ਯਾਰ ਮੈਂ ਜਾ ਤੇ ਕਿਤੇ ਬੈਠਾ ਨਾ ਪ੍ਰਾਪਰਟੀ ਤੇ। ਸਾਨੂੰ ਕਾਲਸ ਆ ਰਹੀਆਂ ਕਾਫੀ, ਭਾਜੀ ਮੇਰਾ ਘਰ ਵੇਚ ਦਿਓ, ਮੈਂ ਵੇਚਣਾ ਹੈਗਾ। ਬੀਇੰਗ ਅ ਰੀਅਲ ਸਟੇਟ ਏਜੰਸੀ ਅਸੀਂ ਬਹੁਤ ਕੰਮ ਰੀਅਲ ਸਟੇਟ ਦਾ ਵੀ ਕਰਨੇ ਆ, ਔਰ ਲੋਕਾਂ ਦੇ ਮਨ ਦੇ ਵਿੱਚ ਹੁਣ ਇਹ ਸਵਾਲ ਆ ਰਿਹਾ ਜੇ, ਕਿਉਂਕਿ ਦੇਖੋ ਖਬਰ ਹਰ ਪਾਸੇ ਪਹੁੰਚ ਜਾਂਦੀ ਹੈ, ਸਭ ਨੂੰ ਪਤਾ ਵਿਆਜ ਵਾਦੇ ਲੋਕੀ ਸ਼ਾਇਦ ਮੇਰਾ ਘਰ ਨਾਲ, ਹੁਣ ਜੇ ਸਪੋਜ਼ ਕਰੋ ਕਿਸੇ ਕੋਲ 7 ਲੱਖ ਦਾ ਘਰ ਹੈ, ਉਹ ਪੇਡ ਹੈਗਾ ਘਰ, ਔਰ ਉਸ ਬੰਦੇ ਨੇ ਬਿਜ਼ਨਸ ਲੈਣਾ, ਉਹ ਸੋਚਦਾ ਯਾਰ ਮੈਂ 7 ਲੱਖ ਦਾ ਘਰ ਲਾਇਆ ਹੋਇਆ, ਮਹੀਨਾ ਹੋ ਗਿਆ ਵਿਕਿਆ ਨਹੀਂ, ਚਲੋ ਮੈਨੂੰ 6-7 ਸੇ ਲੈਣਾ, ਕਿਉਂਕਿ ਉਹ ਹੁਣ ਇਸ ਵੇਲੇ ਪੈਨਿਕ ਹੋ ਰਿਹਾ, ਥੋੜੇ ਜਿਹੇ ਡਰ ਰਿਹਾ ਵੀ ਇਹਨੂੰ ਕਿ ਨਾਲ ਲੱਗਿਆ ਰਾਜੇ। ਸੋ देयर इज सम काइंड ऑफ पैनिक इन द मार्केट, ਪਰ ਉਹਦਾ ਜ਼ਿਆਦਾ ਲੈਵਲ ਹਜੇ ਵਧਿਆ ਨਹੀਂ ਹੈਗਾ। ਇੱਕ ਜਿਹੜੀ ਕ੍ਰੈਸ਼ ਵਾਲੀ ਗੱਲ ਹੈ ਨਾ, ਲੋਕਾਂ ਦੇ ਕਈਆਂ ਦੇ ਮਨ 'ਚ ਇਹ ਵੀ ਸੰਭਾਵਨਾ, ਉਹ ਵੇਟ ਕਰ ਰਹੇ ਵੀ ਕ੍ਰੈਸ਼ ਕਿਦਨ ਹੋਊਗੀ, ਵੀ ਉਸ ਦਿਨ ਜਾ ਕੇ ਅਸੀਂ ਫਿਰ ਘਰ ਲਾਵਾਂਗੇ। ਉਹ ਦੇਖੋ ਕ੍ਰੈਸ਼ ਵਾਲੀ ਗੱਲ ਜਿਹੜੀ ਹੈਗੀ ਹੈ, ਐਨੀਥਿੰਗ ਇਜ਼ ਪੋਸੀਬਲ, ਪਰ ਮੇਰਾ ਨਹੀਂ ਖਿਆਲ ਵੀ ਜਿਹੜਾ ਸਾਨੂੰ ਕ੍ਰੈਸ਼ ਹੈਗਾ ਰੀਅਲ ਐਸਟੇਟ ਮਾਰਕੀਟ ਦੇ ਵਿੱਚ ਨਜ਼ਰ ਆਊਗਾ। ਐਡਜਸਟਮੈਂਟ, ਕਰੈਕਸ਼ਨ ਦੇ ਚਾਂਸਿਸ ਦੀ ਗੱਲ ਅਸੀਂ ਪਹਿਲਾਂ ਵੀ ਕੀਤੀ, ਉਹ ਹੋਊਗੀ ਵੀ ਥੋੜੀ ਬਹੁਤੀ, ਬਟ ਕੀਪ ਇਨ ਮਾਈਂਡ ਕਿ ਇੰਨਾ ਜ਼ਿਆਦਾ ਫਰਕ ਨਹੀਂ ਪੈਣਾ ਵੀ ਜਿਹੜੇ ਘਰ ਆ ਉਹ ਹਾਫ ਟੈਕਸ ਆ ਜਾਣਗੇ, ਇਹੋ ਜਿਹੀ ਗੱਲਬਾਤ ਕਿਤੇ ਵੀ ਨਜ਼ਰ ਆਉਂਦੀ। ਜੀ ਜੀ ਬਿਲਕੁਲ। ਸੋ ਦੋਸਤੋ, ਤੁਹਾਡੀ ਵੀ ਕੋਈ ਸਵਾਲ ਨੇ ਰੀਅਲ estate ਫਸਟ ਟਾਈਮ ਹੋਮ ਬਾਇਰ ਹੋ ਜਾਂ ਕੋਈ ਹੋਰ ਪ੍ਰਾਪਰਟੀ ਇਨਵੈਸਟਮੈਂਟ ਪ੍ਰਾਪਰਟੀ ਖਰੀਦਣੀ ਆ, ਕੁਛ ਵੀ ਆ, ਟਰੱਕਿੰਗ ਦੇ ਇਕਵਿਪਮੈਂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਉਹਦੇ ਲੋਨ ਦੇ ਬਾਰੇ ਗੱਲਬਾਤ ਆ, ਤਾਂ ਤੁਸੀਂ ਮੋਹਨ ਚੀਮਾ ਜੀ ਦੇ ਨਾਲ ਸੰਪਰਕ ਕਰ ਲਿਓ। ਹੋਮ ਲੋਨਸ ਤੇ ਰੀਅਲ estate ਦੇ ਲਈ 8559052575 ਤੇ ਟਰੱਕਿੰਗ ਇਕਵਿਪਮੈਂਟ ਦੇ ਲੋਨਸ ਦੇ ਲਈ 8558552022। ਸੋ ਮੋਹਨ ਚੀਮਾ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਹਾਂ ਜੀ ਆਪਾਂ ਫਿਰ ਨੈਕਸਟ ਟਾਈਮ। ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਰਾਜਕੁਮਾਰ ਜੀ, ਆਪ ਜੀ ਨੂੰ ਖਾਸ ਤੌਰ ਤੇ ਆਪ ਜੀ ਨੂੰ ਪੰਜਾਬੀ ਰੇਡੀਓ ਯੂਐਸ ਦੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਹਰਜੋਤ ਸਿੰਘ ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਜੀ, ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।